ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਆਓ ਚੱਲਦੇ ਹਾਂ ਪੰਜਾਬ, ਜਿੱਥੋਂ ਮੇਰੇ ਨਾਲ ਹਾਜ਼ਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਰਦਾਰ ਜਸਵੀਰ ਸਿੰਘ ਜੀ ਭੱਟੀ। ਭੱਟੀ ਸਾਹਿਬ ਵੈਲਕਮ ਜੀ, ਆਇਆਂ ਨੂੰ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸ਼ੁਕਰੀਆ ਸ਼ੁਕਰੀਆ, ਧੰਨਵਾਦ ਜੀ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਤਖਤ ਜੋ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਦੀ ਨੀਂਹ ਰੱਖੀ, 5 ਤਖਤ ਹੋ ਗਏ ਬਾਅਦ ਦੇ ਵਿੱਚ, ਚਲੋ 5 ਨੂੰ ਮਾਨਤਾ ਦਿੱਤੀ ਹੈ, ਰੁਤਬਾ ਦਿੱਤਾ ਗਿਆ। ਉਹਨਾਂ ਦੇ ਵਿੱਚ ਇੱਕ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ, ਜਿਹਦੇ ਤਖਤ ਦੇ ਜਹੇਦਾਰ ਵੀ ਚਰਚਾ ਦੇ ਵਿੱਚ ਨੇ। ਕਹਾਣੀ ਕੁਝ ਹੋਰ ਹੈ, ਬਣਾ ਕੁਝ ਹੋਰ ਦਿੱਤੀ ਗਈ। ਉੱਥੋਂ ਦਾ ਨਿਯਮ ਕੀ ਕਹਿੰਦਾ, ਲਾ ਕੀ ਕਹਿੰਦਾ, ਕਾਨੂੰਨ ਕੀ ਕਹਿੰਦਾ, ਚਿੱਠੀ ਆਈ ਹੈ ਜਾਂ ਨਹੀਂ ਆਈ, ਪ੍ਰਬੰਧਕਾਂ ਨੇ ਕੰਡੈਮ ਕਰ ਦਿੱਤੀ ਹੈ ਕਿ ਨਹੀਂ ਆਈ। ਚਲੋ ਨਾ ਹੀ ਆਈ ਹੋਵੇ ਚੰਗੀ ਗੱਲ ਹੈ, ਪਰ ਚਰਚਾ ਰਹੀ 2 ਦਿਨ। ਤਖਤ ਸ੍ਰੀ ਪਟਨਾ ਸਾਹਿਬ, ਉਹਦੇ ਸਾਬਕਾ ਜਹੇਦਾਰ ਨੇ ਗਿਆਨੀ ਇਕਬਾਲ ਸਿੰਘ, ਜੋ ਕਾਫੀ ਚਰਚਾ ਦੇ ਵਿੱਚ ਹੀ ਪਹਿਲਾਂ ਵੀ। ਅਦਾਲਤ ਨੇ ਬਹਾਲ ਕਰਨ ਦੇ ਆਦੇਸ਼ ਦਿੱਤੇ, ਦੁਨਿਆਵੀ ਅਦਾਲਤ। ਗੌਰ ਦੀ ਪ੍ਰਧਾਨਗੀ ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਨੇ। ਹੁਣ ਇਹ ਆਪਣੇ ਆਪ ਦੇ ਵਿੱਚ ਪਹਿਲੀ ਵਾਰੀ ਮਸਲਾ ਹੈ, ਕੀ ਕਹਿਣਾ ਚਾਹੋਗੇ? ਵੈਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਇੱਕ ਵਿਧਾਨ, ਆਪਣਾ ਇੱਕ ਨਿਯਮ, ਆਪਣੀ ਇਹਨਾਂ ਦੀ ਅਦਾਲਤ ਵੀ ਹੈ। ਹਾਂਜੀ ਜੀ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲੀ ਗੱਲ ਤੇ ਇਹ ਅਜੀ ਆਪਾਂ ਵੀ ਕਈ ਵਾਰੀ ਕਹਿ ਚੁੱਕੇ ਹਾਂ ਕਿ 2007 ਦੇ ਵਿੱਚ ਜਹੇਦਾਰ ਅਕਾਲ ਤਖਤ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਨੂੰ ਇੱਕ ਪੱਤਰ ਲਿਖਿਆ ਜੀ। ਉਹ ਪੱਤਰ ਲਿਖਿਆ ਸੀ ਵੀ ਭਾਈ ਜਥੇਦਾਰ ਦੀ ਜਿਹੜੀ ਨਿਯੁਕਤੀ, ਉਹਦੀ ਸੇਵਾ ਮੁਕਤੀ, ਉਹਦਾ ਕਾਰਜ ਖੇਤਰ, ਉਹਦੀ ਜਿਹੜੀ ਵਧਾਏਗੀ, ਸਾਰਾ ਜੋ ਕੁਝ ਵੀ ਹੈਗਾ ਇਹਦੇ ਤੇ ਤੁਸੀਂ ਇੱਕ ਬਕਾਇਦਾ ਤੌਰ ਤੇ ਇੱਕ ਬਣਾਓ, ਵਿਧਾਨ ਬਣਾਓ, ਤਾਂ ਕਿ ਜਥੇਦਾਰ ਨੂੰ ਪਤਾ ਲੱਗ ਸਕੇ ਕਿ ਟਨਿਓਰ ਕਿੰਨੀ ਆ, ਉਹਨੇ ਕੰਮ ਕਿਹੜੇ ਕਿਹੜੇ ਖੇਤਰ ਚ ਕਰਨਾ ਵਾ, ਕਿਵੇਂ ਕਰਨਾ, ਸਾਰਾ ਵਿਧਾਨ ਦਾ ਹੋਣਾ ਚਾਹੀਦਾ। ਉਹਦੇ ਅਧਿਕਾਰ ਕੀ ਨੇ? ਅਧਿਕਾਰ ਤੇ ਹੁਣ ਸ਼੍ਰੋਮਣੀ ਕਮੇਟੀ ਦੇ ਹੁੰਦੇ ਆ ਜਾਂ ਲੀਡਰਾਂ ਦੇ ਹੁੰਦੇ ਆ, ਜੋ ਕਹਿੰਦੇ ਉਹ ਕਰੀ ਜਾਂਦੇ ਵਿਚਾਰੇ ਗਰੀਬ ਆਦਮੀ। ਲੇਕਿਨ ਇਹ ਜਿਹੜੀ ਤੁਸੀਂ ਗੱਲ ਕਰਦੇ ਆਪਾਂ ਪਟਨਾ ਸਾਹਿਬ ਦੀ, ਉੱਥੇ ਵੀ ਹਾਲਾਤ ਇਸ ਤੋਂ ਕੋਈ ਵੱਖਰੇ ਨਹੀਂ ਹੈਗੇ, ਸੇਮ ਹਾਲਾਤ ਚੱਲ ਰਹੇ ਨੇ। ਉਹ ਹਾਲਾਤ ਸੇਮ ਚੱਲਣ ਕਰਕੇ ਜਿਹੜੇ ਗਿਆਨੀ ਇਕਬਾਲ ਸਿੰਘ ਹੋਰੀ, ਉਹ ਲਸੂਰੇ ਦੀ ਗਿੱਟ ਵਾਂਗੇ ਪਹਿਲਾਂ ਚੰਬੜੇ ਸੀ, ਉਦੋਂ ਵੀ ਉਹ ਛੱਡਣ ਲਈ ਤਿਆਰ ਨਹੀਂ ਸੀ ਵੀ ਮੈਂ ਆਪਣੀ ਜਥੇਦਾਰੀ ਛੱਡਣੀ ਚਾਹੁੰਦਾ, ਮੈਨੂੰ ਕੋਲ ਆਉਣਾ ਹੋਵੇ, ਮੈਨੂੰ ਲਾ ਹੀ ਸਕਦੇ, ਮੈਂ ਲਾ ਸਕਦਾ, ਪ੍ਰਧਾਨ ਕੌਣ ਹੁੰਦਾ ਕਹਿੰਦਾ, ਉਹ ਸਭ ਮੇਰੇ ਅੰਡਰ ਨੇ। ਲੇਕਿਨ ਹਾਲਾਤ ਨੇ ਮੁੜਾ ਖਾਧਾ ਤੇ ਉਹਨਾਂ ਨੂੰ ਆਪਣੀ ਜਿਹੜੀ ਸੀ ਰਿਜ਼ਾਈਨ ਕਰਨਾ ਪਿਆ। ਰਿਜ਼ਾਈਨ ਲੈ ਕੇ ਬਕਾਇਦਾ ਤੌਰ ਤੇ ਰਿਜ਼ਾਈਨ ਮਨਜ਼ੂਰ ਕੀਤਾ ਗਿਆ। ਲੇਕਿਨ ਹਾਲਾਤ ਉਹਨਾਂ ਦਾ ਜਦੋਂ ਰਿਜ਼ਾਈਨ ਮਨਜ਼ੂਰ ਕੀਤਾ ਗਿਆ ਤੇ ਉਹਨਾਂ ਨੂੰ ਹੁਣ ਇਹਨਾਂ ਨੇ ਇੱਕ ਮਨਮੀਤ ਸਿੰਘ ਕੋਈ ਹੋਊਗਾ ਚੇਲਾ ਬਾਲਕ, ਉਹਨੇ ਬਕਾਇਦਾ ਤੌਰ ਤੇ ਅਦਾਲਤ 'ਚ ਕੇਸ ਕੀਤਾ ਸੀ। ਅਦਾਲਤ ਕੇਸ ਵਿੱਚ ਅਦਾਲਤ ਨੇ ਜਿਹੜਾ ਸੀ ਉਹ ਮੇਰੇ ਖਿਆਲ 3 ਮਾਰਚ 2019 ਨੂੰ ਕੇਸ ਕੀਤਾ ਤੇ ਹੁਣ ਉਹਦਾ ਰਿਜ਼ਲਟ ਜਿਹੜਾ ਆ ਗਿਆ, ਉਹਦਾ ਫੈਸਲਾ ਆ ਗਿਆ ਵਾ। ਪੋਸੀਬਿਲਿਟੀ ਜੋ ਮੈਂ ਮਹਿਸੂਸ ਕਰਦਾ ਵੀ ਸ਼ਾਇਦ ਉੱਥੋਂ ਦੀ ਕਮੇਟੀ ਜਿਹੜੀ ਨੇ ਉਹਨੇ ਬੌਧਰੀ ਨਾ ਚਾਵੇ, ਪੇਸ਼ ਹੀ ਨਾ ਹੋਏ। ਹੁਣ ਇੱਕ ਪਾਸੇ ਉਹਦਾ ਜਿਹੜਾ ਫੈਸਲਾ ਆ ਗਿਆ, ਇਹ ਅਜੇ ਚਰਚਾ ਦਾ ਵਿਸ਼ੇ ਆਉਣ ਵਾਲੇ ਦਿਨ ਆਪਾਂ ਇਹਦੇ ਵਿਚਾਰ ਕਰਾਂਗੇ। ਹੁਣ ਜਦੋਂ ਉੱਥੇ ਉਹਨਾਂ ਨੇ ਅਦਾਲਤ ਨੇ ਫੈਸਲਾ ਦਿੱਤਾ ਵੀ ਇਹਦੇ ਪਿਛਲੇ ਜਿਹੜੇ ਬਕਾਏ ਨੇ ਉਹ ਵੀ ਦਿੱਤੇ ਜਾਣ, ਇਹਦੀ ਜਿਹੜੀ ਸੇਵਾ ਬਹਾਲ ਕੀਤੀ ਜਾਵੇ, ਤੁਸੀਂ ਕੌਣ ਹੋਏ ਕੱਢਣ ਵਾਲੇ? ਜਦੋਂ ਅਦਾਲਤ ਨੇ ਕਹਿ ਦਿੱਤਾ ਤੇ ਫਿਰ ਜਾਂ ਤਾਂ ਜਿਹੜੀ ਹੈ ਕਮੇਟੀ ਅਗਲੀ ਅਦਾਲਤ ਜਾਏਗੀ ਜਾਂ ਰਿਵਿਊ ਪਟੀਸ਼ਨ ਪਾਏਗੀ ਜਾਂ ਫਿਰ ਤੁਹਾਨੂੰ ਪਤਾ ਹੀ ਇਹਨੂੰ ਬਹਾਲ ਕਰੇਗੀ ਜੀ। ਹੁਣ ਕਹਾਣੀ ਇਹਦੇ ਵਿੱਚ ਕੀ ਹੈ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਿ ਇਹ ਕਰ ਕੀ ਰਹੇ ਤੇ ਕਿਵੇਂ ਹੋ ਰਿਹਾ ਵਾ। ਕਿਉਂਕਿ ਜਿਹੜੇ ਨਵੇਂ ਜਥੇਦਾਰ ਲਾਏ ਸੀ, ਇਹਦਾ ਗੌਰ ਸਾਹਿਬ ਲਾਏ ਸੀ, ਉਹ ਵੀ ਕਾਫੀ ਵਿਵਾਦਤ ਸਮੇਂ ਵੀ ਗੌਰ ਸਾਹਿਬ ਨੂੰ ਕਿਵੇਂ ਜਥੇ ਲਾ ਦਿੱਤਾ ਗਿਆ। ਹੁਣ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਗੌਰ ਸਾਹਿਬ ਤੁਹਾਡੇ ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ, ਤੁਸੀਂ ਕੀ ਕਹਿਣਾ ਚਾਹੁੰਦੇ? ਕਹਿੰਦਾ ਜੀ ਮੇਰਾ ਕੰਮ ਨਹੀਂ ਹੈਗਾ ਤੇ ਗੱਲ ਵੀ ਕੁਛ ਹੱਦ ਤੱਕ ਠੀਕ ਆ, ਇਹ ਕੰਮ ਹੈਗਾ ਵਾ ਸਿਰਫ ਮੈਨੇਜਮੈਂਟ ਕਮੇਟੀ ਦਾ। ਮੈਨੇਜਮੈਂਟ ਕਮੇਟੀ ਜਾ ਕੇ ਪੁੱਛੋ ਕੀ ਕਰ। ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੋਵਾਂ ਦੇ ਸਿੰਘ ਫਸਦੇ ਨੇ, ਇਹ ਅਦਾਲਤ ਜਾਂਦੇ ਨੇ, ਇਹਨਾਂ ਦੀ ਬਹਾਲੀ ਹੁੰਦੀ ਆ ਕਿ ਕੋਈ ਹੋਰ ਝਗੜਾ ਚੱਲਦਾ, ਕਿਉਂਕਿ ਝਗੜੇ ਜੀ ਬੜੇ ਮਾਰਸ਼ਲ ਜੀ, ਯਾਨੀ ਜਿਹੜੇ ਸਾਡੇ ਇਕਬਾਲ ਸਿੰਘ ਹੋਰੀ ਹੈ। ਤੁਹਾਨੂੰ ਪਤਾ ਹੋ ਗਿਆ ਕੋਈ ਤਖਤ ਸਾਹਿਬ ਦਾ ਝਗੜਾ ਹੋਇਆ ਸੀ, ਸਿਰ ਪਾਟੇ ਸੀ। ਸਿਰ ਪਾਟਣ ਤੋਂ ਬਾਅਦ ਸਾਡੀ ਮਰਿਆਦਾ ਦੇ ਮੁਤਾਬਕ ਜਥੇਦਾਰ ਜਿਹੜਾ ਹੁੰਦਾ ਵਾ, ਕਿਸੇ ਵੀ ਤਖਤ ਦਾ ਜਥੇਦਾਰ ਆ,
ਉਹ ਥਾਣੇ ਕਚਹਿਰੀ ਨਹੀਂ ਜਾਂਦਾ, ਅਸੀਂ ਸੁਪਰੀਮ ਮੰਨਦੇ ਆ ਵੀ ਸਭ ਤੋਂ ਸੁਪਰੀਮ ਜਿਹੜੀ ਚੀਜ਼ ਨੂੰ ਲੈ ਕੇ ਆਪਾਂ ਗੱਲ ਕੀਤੀ ਸੀ ਨਾ ਅੱਗੇ ਵੀ, ਜਦੋਂ ਉੱਥੋਂ ਬੁੱਤ ਤੋਂ ਪਰਦਾ ਢਾਇਆ ਗਿਆ, ਪਰਦਾ ਜਿਹੜੀ ਉੱਥੇ ਮੇਰ ਢਾਇਆ ਗਿਆ, ਜਹੇਦਾਰ ਸਾਹਿਬ ਉੱਤੇ ਸੁਪਰੀਮ ਨਹੀਂ ਦਿਖਾਈ ਦਿੱਤੇ ਸਾਨੂੰ, ਉਹਨੇ ਸੁਪਰੀਮੇਸੀ ਚਾਹੀਦੀ ਸੀ, ਚੀਫ ਜਸਟਿਸ ਸੀ ਉੱਥੇ। ਇਸੇ ਤਰ੍ਹਾਂ ਇਹਦੀ ਜਿਹੜੀ ਸੁਪਰੀਮੇਸੀ ਹੁੰਦੀ ਵੀ ਇਹ ਕਿਸੇ ਅਦਾਲਤ ਨੂੰ, ਕਿਸੇ ਵਿਅਕਤੀ ਨੂੰ ਜਾਂ ਕਿਸੇ ਸਰਕਾਰ ਨੂੰ ਜਵਾਬ ਦੇ ਜਥੇਦਾਰ ਨਹੀਂ ਹੁੰਦਾ। ਲੇਕਿਨ ਇਹ ਸਿਰ ਪਾਟਾ, ਗਲ ਦੇ ਵਿੱਚ ਪੱਗ ਪਈ ਤੇ ਪੱਗ ਲੈ ਕੇ ਤੇ ਥਾਣੇ ਗਿਆ ਤੇ ਸਾਹਮਣੇ ਮੁੱਠੀ ਦੇ ਬਹਿ ਗਿਆ ਬੈਂਚ ਦੇ ਉੱਤੇ, ਮੇਰੀ ਰਪਨ ਦਰਜ ਕਰੋ ਜੀ, ਮੇਰਾ ਕੇਸ ਦਰਜ ਕਰੋ, ਮੇਰਾ ਸਿਰ ਪਾੜਿਆ। ਜੀ 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 ਹੋਈ ਸੀ ਗੱਲ। ਹਾਂਜੀ, ਉਹ ਮੁਕੱਦਮਾ ਸ਼ਾਇਦ ਅਜੇ ਵੀ ਸ਼ਾਇਦ ਚੱਲਦਾ ਹੋਵੇ, ਜੇ ਮੈਨੂੰ ਜਾਣਕਾਰੀ ਨਹੀਂ ਪੂਰੀ ਹੈਗੀ, ਚੱਲਦਾ ਕਿ ਖਤਮ ਹੋ ਗਿਆ ਮੁਕੱਦਮਾ ਉਹ। ਲੇਕਿਨ ਜੇ ਉਦੋਂ ਜਾ ਸਕਦੇ ਤਾਂ ਹੁਣ ਵੀ ਜਾ ਸਕਦੇ। ਲੇਕਿਨ ਇਹਨਾਂ ਲੋਕਾਂ ਨੇ ਸਾਡੀ ਮਰਿਆਦਾ ਨੂੰ, ਸਾਡੇ ਸਿਧਾਂਤ ਨੂੰ, ਸਾਡੇ ਤਖਤਾਂ ਨੂੰ ਕਲੰਕਿਤ ਕੀਤਾ, ਮੈਂ ਕਹੂੰਗਾ। ਤੇ ਕਲੰਕਿਤ ਕਰਾਉਣ ਵਾਲੇ ਕੌਣ ਨੇ? ਕਲੰਕਿਤ ਕਰਾਉਣ ਵਾਲੇ ਸਾਡੇ ਲੀਡਰ, ਸਿਆਸੀ ਆਗੂ, ਜਿਹੜੇ ਇਹਨਾਂ ਨੂੰ ਸ਼ਹਿ ਦਿੰਦੇ ਆ। ਤੁਹਾਨੂੰ ਪਤਾ ਹੋਵੇਗਾ ਬਕਾਇਦਾ ਤੌਰ ਤੇ ਗਿਆਨੀ ਇਕਬਾਲ ਸਿੰਘ ਨੇ ਇੱਕ ਵਾਰੀ, ਗਿਆਨੀ ਜਿਹੜੇ ਸਾਡੇ ਜੋਗਿੰਦਰ ਸਿੰਘ ਵਿਦਾਰਤੀ ਜਥੇਦਾਰ ਅਕਾਲ ਤਖਤ, ਇਹਨਾਂ ਨੂੰ ਪਟਨਾ ਸਾਹਿਬ ਤਲਬ ਕਰ ਲਿਆ ਸੀ। ਪਟਨਾ ਸਾਹਿਬ ਸੁਪਰੀਮ ਹੈ, ਅਕਾਲ ਤਖਤ ਦੀ ਬਾਤ ਦੀ ਗੱਲ, ਗੁਰੂ ਸਾਹਿਬ ਇੱਥੇ ਪੈਦਾ ਹੋਇਆ, ਇਹ ਸੁਪਰੀਮ ਇੱਥੇ। ਇਸੇ ਕਰਕੇ ਮੈਂ ਜਿਹੜਾ ਵਾ ਇਹਨਾਂ ਤਲਬ ਕਰਦਾ ਇੱਥੇ। ਲੇਕਿਨ ਬਾਅਦ ਦੇ ਵਿੱਚ ਇਹ ਬਕਾਇਦਾ ਤੌਰ ਤੇ ਇੱਥੇ ਆਏ ਸੀ ਭਾਗ ਲੈਣ ਵਾਸਤੇ ਇੱਕ ਮੀਟਿੰਗ ਦੇ ਵਿੱਚ, ਤੇ ਇਹਨੂੰ ਅੰਦਰ ਨਹੀਂ ਸੀ ਆਉਣ ਦਿੱਤਾ, ਉਹਨਾਂ ਨੇ ਵਾਪਸ ਕਰਤਾ ਸੀ, ਤੁਸੀਂ ਜਾਓ, ਤੁਹਾਡੀ ਲੋੜ ਨਹੀਂ ਸਾਨੂੰ। ਹੁਣ ਉਦੋਂ ਉਹਨੇ ਵਾਪਸ ਕਰ ਦਿੱਤਾ। ਲੇਕਿਨ ਮੁੜ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਿਹਰਬਾਨ ਹੋਏ, ਦੂਜੀ ਮੀਟਿੰਗ 'ਚ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਅੰਦਰ ਵੜਨ ਦਿਓ, ਇਹਨਾਂ ਨੂੰ ਮੀਟਿੰਗ 'ਚ ਭਾਗ ਲੈਣ ਦਿਓ। ਬਿਲਕੁਲ ਬਿਲਕੁਲ ਬਿਲਕੁਲ। ਹੁਣ ਪੱਟੀ ਸਾਹਿਬ ਇੱਥੇ ਇੱਕ ਮਿੰਟ ਰੁਕਿਓ। ਜਿਸ ਪੰਥ ਰਤਨ ਦਾ ਤੁਸੀਂ ਨਾਂ ਲੈਤਾ, ਫਕਰੇ ਕੌਮ ਦਾ ਨਾਂ ਲੈਤਾ, ਉਹ ਮਿਹਰਬਾਨ ਹੋਏ। ਹੁਣ ਮਿਹਰਬਾਨ ਕਿਹਨਾਂ ਦੇ ਕਹਿਣ ਤੇ ਹੋਏ? ਉਹ ਕਿਉਂ ਹੋਏ? ਸਵਾਲ ਹੁਣ ਇਹ ਪੈਦਾ ਹੁੰਦਾ ਕਿ ਇਹਦੇ ਮਗਰ ਸ਼ੈ ਕੌਣ ਹੈ, ਇਹਦੇ ਮਗਰ ਤਾਕਤ ਕਿਹੜੀ ਹੈ, ਇਹਦੇ ਮਗਰ ਪਾਵਰ ਕਿਹੜੀ ਹੈ? ਇਹ ਜੇ ਇਹਨਾਂ ਨੂੰ, ਜੇ ਜਹੇਦਾਰ ਨੇ ਅਕਾਲ ਤਖਤ ਸਾਹਿਬ ਦੇ, ਤੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਕਹਿੰਦੇ ਕਿ ਉੱਥੇ ਪੈਦਾ ਹੋਏ, ਉਹਨੇ ਕੌਮ ਵਾਸਤੇ ਸਰਬੰਸ ਵਾਰ ਦਿੱਤਾ, ਪੰਥ ਵਾਸਤੇ, ਹਿੰਦੁਸਤਾਨੀਆਂ ਵਾਸਤੇ ਆਪਣੇ ਬੱਚੇ ਵਾਰ ਦਿੱਤੇ, ਆਪਣੀ ਮਾਂ ਵਾਰ ਦਿੱਤੀ, ਆਪਣਾ ਪਿਓ ਵਾਰ ਦਿੱਤਾ। ਹਾਂਜੀ, ਪਰਿਵਾਰ ਵਿਛੋੜਾ, ਧਨ ਦੌਲਤ ਲਾਲਚ ਤੋਂ ਪਰੇ, ਤੇ ਤੁਸੀਂ ਅੱਜ ਇੱਕ ਕੁਰਸੀ ਦੀ ਖਾਤਰ, ਇੱਕ ਲਾਲਚ ਦੀ ਖਾਤਰ ਕੌਮ ਦਾ ਆਹ ਹਾਲ ਘਸਿਆਰੇ ਬਣਾ ਕੇ ਰੱਖ ਦਿੱਤਾ। ਇੱਕ ਤੁਸੀਂ ਕਹਿ ਕੇ ਇੱਕ ਬੰਦਾ ਮਿਹਰਬਾਨ ਹੋ ਜਾਂਦਾ, ਯਾਰ ਏਡਾ ਬੁਰਾ ਹਾਲ, ਏਡੀ ਤਰਾਸਦੀ, ਇੰਨਾ ਘਟੀਆਪਣ, ਇੰਨਾ ਗਿਰਾਵਟ, ਸਿਰਫ ਤੇ ਸਿਰਫ ਕੁਰਸੀ ਦੀ ਖਾਤਰ। ਤੁਸੀਂ ਬਹੁਤ ਤਖਤ ਤੋਂ ਬਾਕੀ ਵੀ ਤੇ ਜਹੇਦਾਰ ਲੱਥੇ ਹੀ ਆ। ਰੱਬ ਦਾ ਨਾਂ ਲੈਣਾ ਲੈ ਲਓ, ਬਥੇਰਾ ਕੋਈ ਬਣਾ ਲਿਆ ਹੋਊਗਾ। ਇਹ ਪਿੱਛੇ ਤਾਕਤ ਹੈ ਜਿਹੜੀ ਇਹਨਾਂ ਨੂੰ ਨਚਾਉਂਦੀ ਆ। ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ ਚ ਤੇਰਾ ਯਾਰ ਬੋਲਦਾ। ਉਸੇ ਨੇ ਕਿਹਾ ਸੀਗਾ, ਸਿੰਘੋ ਜਥੇਦਾਰ ਬਣੋ, ਸਿੱਖ ਕੌਮ ਦੇ ਨਾਲ ਭਾਲੋ ਤੁਸੀਂ ਜਥੇਦਾਰੀਆਂ। ਸੇਵਾਦਾਰ ਬਣਨਾ ਹੋਵੇ ਤਾਂ ਫਿਰ ਤਾਂ ਭਾਈ ਬੜੇ ਬੜੇ, ਤੁਸੀਂ ਦੱਸਦੇ, ਬੜੇ ਬੜੇ ਧਨਾੜ ਦਿੱਲੀ ਤੋਂ ਆਉਂਦੇ ਨੇ, ਡੇਲੀ ਆਉਂਦੇ ਨੇ, ਸ਼ਾਮ ਨੂੰ ਜਾਂਦੇ ਨੇ, ਜੋੜੇ ਝਾੜਦੇ ਨੇ, ਇਹ ਉਹਨਾਂ ਨੂੰ ਵੀ ਠੱਗ ਲੈਂਦੇ ਨੇ। ਬਿਲਕੁਲ ਜੀ, ਬਿਲਕੁਲ ਬਿਲਕੁਲ। ਸੋ ਸੇਵਾ ਕਰਨੀ ਹੈ, ਮਤਲਬ ਉਹ ਤਾਂ ਇੱਕ ਹੋ ਗਿਆ ਨਾ, ਕਹਿ ਲਓ ਕਿ ਤੁਸੀਂ ਮਨ ਦੀ ਇੱਛਾ ਕਿ ਮੈਂ ਸੇਵਾ ਕਰਨੀ ਹੈ। ਇਹ ਤਾਂ ਹਉਮੈ ਆ, ਇਹ ਹੰਕਾਰ ਆ, ਇਹ ਘਟੀਆਪਣ ਹੈ ਵੀ ਤੁਸੀਂ ਅਕਾਲ ਦੇ ਤਖਤ ਦੀ ਮਰਿਆਦਾ ਨੂੰ ਢਾਹ ਲਾ ਕੇ ਵੀ, ਜੇ ਤੁਸੀਂ ਸਾਈਡ ਤੇ ਹੋ ਗਈ ਹੋ, ਸੇਵਾ ਕਰ ਲਓ, ਗੁਰੂ ਘਰ ਦੇ ਜੋੜੇ ਝਾੜਨੇ ਉੱਦਾਂ ਝਾੜ ਲਓ, ਸੇਵਾ ਹੀ ਕਰਨੀ ਹੈ। ਜੇ ਉਹਦਾ ਪਿਆਰ ਪਾਉਣਾ, ਤੇ ਜੇ ਉਹਦੇ ਮਤਲਬ ਨਿਗਾਹ ਦੇ ਪਾਤਰ ਬਣਨਾ, ਤੁਸੀਂ ਉਹਦੀ ਮਿਹਰਬਾਨੀ ਦੇ ਪਾਤਰ ਬਣਨਾ, ਜੋੜੇ ਝਾੜ ਲਓ, ਸੇਵਾ ਕਰ ਲਓ। ਪਰ ਤੁਹਾਡੇ ਵਿੱਚ ਤੁਸੀਂ ਨਹੀਂ, ਤੁਹਾਡੇ ਮਗਰ ਜਿਹੜੀ ਤੁਹਾਡੀ ਤਾਕਤ ਹੈ ਉਹ ਤੁਹਾਡੇ ਕੋਲ ਕਰਵਾ ਰਹੀ ਹੈ। ਜੇ ਤੁਸੀਂ ਦੁਨਿਆਵੀ ਅਦਾਲਤਾਂ 'ਚ ਤਖਤ ਨੂੰ ਘਸੀੜੀ ਜਾਂਦੇ, ਇਹਦੋਂ ਵੱਡੀਆ ਹੋਰ ਘਟੀਆਪਣ ਕੀ ਹੈ? ਤੁਸੀਂ ਗੱਲ ਕਰ ਰਹੇ ਸੀ। ਐਨੀਵੇ, ਸਰਕਾਰਾਂ ਬੜੀਆਂ ਮਿਹਰਬਾਨ ਹੁੰਦੀਆਂ ਨੇ। ਪਤਾ ਲੱਗਾ ਹੈ ਕਿ ਤਰਸ ਦੇ ਆਧਾਰ ਦੇ ਉੱਤੇ ਪਹਿਲਾਂ ਤਾਂ ਵਿਧਾਇਕਾਂ ਦੇ ਬੇਟਿਆਂ ਨੂੰ ਕਫੇ ਵੰਡੇ ਗਏ, ਨੌਕਰੀਆਂ ਵੰਡੀਆਂ ਗਈਆਂ, ਤੇ ਹੁਣ ਬਾਅਦ ਬਈ ਬੇਟੇ ਨਹੀਂ, ਬੇਟੀਆਂ, ਤੇ ਬੇਟੀਆਂ ਤੋਂ ਬਾਅਦ ਉਹਨਾਂ ਦੇ ਜਵਾਈ ਨੂੰ ਵੀ ਨੌਕਰੀ ਦੇਣ ਦੀ ਹੋਣ ਲੱਗੀ ਹੈ ਤਿਆਰੀ। ਕੈਬਨਿਟ ਦੀ ਮੀਟਿੰਗ ਵਿੱਚ ਹੋ ਸਕਦਾ ਹੈ ਮਤਾ ਪਾਸ। ਕੀ ਕਹਿਣਾ ਚਾਹੋਗੇ? ਇਹ
ਸਾਡੇ ਜਿਹੜੇ ਕਾਂਗੜ ਸਾਹਿਬ ਨੇ, ਗੁਰਪ੍ਰੀਤ ਸਿੰਘ ਕਾਂਗੜ ਜੀ, ਉਹਨਾਂ ਦਾ ਜਵਾਈ ਹੈ। ਉਹਨਾਂ ਦੇ ਜਵਾਈ ਨੂੰ ਨੌਕਰੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਰਸ ਦੇ ਆਧਾਰ ਤੇ। ਤੁਹਾਨੂੰ ਪਤਾ ਹੋਵੇਗੀ ਪਹਿਲੇ ਜਿੱਦੀ ਹਰੀਸ਼ ਢਾਂਡੇ ਦੇ ਬੇਟੇ ਦੀ ਨੌਕਰੀ ਸੀ ਕਿ ਤਰਸ ਦੇ ਆਧਾਰ ਤੇ ਕਿ ਗਰੀਬ ਬੰਦਾ ਵਾ, ਇਹਦੇ ਕੋਲ ਕੋਈ ਹੋਰ ਸਾਧਨ ਨਹੀਂ ਹੈਗੇ ਰੋਟੀ ਦੇ, ਕਰੋੜਾਪਤੀ ਤੋਂ ਉਹਨਾਂ ਨੂੰ ਤਰਸ ਦੇ ਆਧਾਰ ਤੇ। ਹਾਂ ਬਿਲਕੁਲ, ਹਾਂਜੀ। ਤੇ ਬਾਜਵਾ ਸਾਹਿਬ ਨੇ, ਫਤਿਹ ਜੰਗ ਬਾਜਵਾ ਨੇ ਚੰਗਾ ਕੀਤਾ, ਉਹ ਨੌਕਰੀ ਨਹੀਂ ਐਕਸੈਪਟ ਕੀਤੀ ਵੀ ਕਰੋੜਾਂ ਨਹੀਂ, ਤੁਸੀਂ ਅਰਬਾਂ ਦੇ ਮਾਲਕ ਤੇ ਤੱਕ ਨੌਕਰੀ ਲੈ ਕੇ ਸੈਕਟਰ ਦੀ ਕੀ ਕਰੋਗੇ। ਵੱਡੇ ਜਿਹੜੇ ਬਾਜਵਾ ਸਾਹਿਬ ਸੀ ਉਹਨਾਂ ਨੇ ਇੰਨੀ ਗੱਲ ਕਹੀ ਕਿ ਮੇਰੇ ਭਰਾ ਨੂੰ ਕਹਿਣਾ ਵੀ ਇਹ ਐਕਸੈਪਟ ਨਾ ਕਰੇ। ਜਿਹੜਾ ਇਹਨਾਂ ਦਾ ਕੁੜਮ ਸੀ ਗੁਰਪ੍ਰੀਤ ਸਿੰਘ ਕਾਂਗੜ ਦਾ ਕੁੜਮ ਭੂਪਜੀਤ ਸਿੰਘ, ਉਹ ਕੌਣ ਸੀ? ਜਿਹਦਾ ਬੇਟਾ ਇਹਨਾਂ ਦਾ ਜਵਾਈ ਭੂਪਜੀਤ ਸਿੰਘ ਜਿਹੜਾ ਸੀਗਾ, ਜਦੋਂ ਤੁਹਾਨੂੰ ਪਤਾ ਵਾ ਰਵੀ ਸਿੱਧੂ ਫੜਿਆ ਗਿਆ ਵਾ, ਉਦੋਂ 5 ਲੱਖ ਰਿਸ਼ਵਤ ਦੇ ਕੇਸ ਚ ਭੂਪਜੀਤ ਸਿੰਘ ਸਿੱਧੂ ਨੇ ਫੜਾਇਆ ਸੀ। ਤੇ ਭੂਪਜੀਤ ਸਿੱਧੂ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ਵਾਸ ਪਾਤਰਾਂ ਦੇ ਵਿੱਚ ਸੀ। ਸਿੱਧੂ ਤੋਂ ਕਿਉਂ ਫੜਿਆ ਗਿਆ ਸੀ? ਸਿੱਧੂ ਨੂੰ ਇਸ ਕਰਕੇ ਫੜਿਆ ਗਿਆ ਸੀ ਵੀ ਜਦੋਂ ਉਹ ਬਕਾਇਦਾ ਤੌਰ ਤੇ ਚੇਅਰਮੈਨ ਬਣਿਆ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਉਹਨੂੰ ਕੰਮ ਕਿਹਾ ਸੀ ਵੀ ਭਾਈ ਮੇਰਾ ਕੰਮ ਵੀ ਕਰਦੇ, ਲੇਕਿਨ ਉਹਨੇ ਠੋਕ ਕੇ ਜਵਾਬ ਦਿੱਤਾ ਸੀ ਕੰਮ ਨਹੀਂ ਸੀ ਕੀਤਾ ਜੀ। ਉਹਨਾਂ ਕਿਹਾ ਸਮਾਂ ਆਉਣ ਦੇ। ਤੇ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ, ਉਹਨੂੰ ਪਤਾ ਸੀ ਵੀ ਐਸਐਸ ਬੋਰਡ ਦੇ ਵਿੱਚ ਕੀ ਚੱਲਦਾ, ਕਿੰਨੇ ਕਿੰਨੇ ਪੈਸੇ ਲੈ ਕੇ ਨੌਕਰੀਆਂ ਦਿੱਤੀਆਂ। ਤੇ ਸਭ ਤੋਂ ਪਹਿਲਾ ਕਾਰਜ ਉਹਨਾਂ ਇਹੀ ਕੀਤਾ ਸੀ ਕਿ ਭੂਪਜੀਤ ਸਿੰਘ ਨੇ ਵੱਡੀ ਦਿੱਤੀ, ਉਹਨਾਂ ਰੰਗੇ ਹੱਥੀਂ ਫੜਿਆ। ਰੰਗੇ ਹੱਥੀਂ ਫੜਨ ਤੋਂ ਬਾਅਦ ਜਿਹੜਾ ਸੀ ਉਹਨੂੰ ਅੰਦਰ ਕੀਤਾ ਗਿਆ ਤੇ ਕਾਫੀ ਚਿਰ ਅੰਦਰ ਰਿਹਾ। ਤੇ ਉਹਦੀਆਂ ਅਲਮਾਰੀਆਂ ਦੇ ਵਿੱਚ ਨੋਟਾਂ ਦੀਆਂ ਥਈਆਂ ਵਿਖਾਈਆਂ ਸੀ, ਕੱਢਦਿਆਂ ਤੇ ਆਹ ਵੇਖੋ, ਵੇਖ ਲਓ ਕਿ ਉਹਨਾਂ ਦਾ ਹਾਲ ਬੜੀਆਂ ਵੱਡੀਆਂ। ਹਾਂ, ਕਾਰਨ ਸਿਰਫ ਇਹ ਨਹੀਂ ਸੀਗਾ, ਹੋਰ ਕੋਈ ਕਾਰਨ ਸਿਰਫ ਇਹ ਸੀ ਵੀ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਉਹਦਾ ਕੰਮ ਨਹੀਂ ਸੀ। ਜੇ ਕਰ ਦਿੰਦਾ ਤਾਂ ਸ਼ਾਇਦ ਉਹ ਵੀ ਨਾ ਫੜਦੇ ਉਹਨੂੰ। ਕਿ ਉਸ ਤੋਂ ਬਾਅਦ ਕੋਈ ਬੰਦਾ ਫੜਿਆ ਕੈਪਟਨ ਸਾਹਿਬ ਨੇ? ਕੋਈ ਨਾ ਫੜਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਟਨਿਓਰ ਚ ਕਹਿਤਾ ਸੀ 1997 ਚ ਵੀ ਜਿਹੜਾ ਬੰਦਾ ਜਿਹੜਾ ਨੌਨ ਗਜ਼ਟਡ ਅਫਸਰ ਪਾਊਗਾ ਉਹਨੂੰ 25,000 ਨਾਮ ਦਿੱਤਾ, ਉਹਨੂੰ ਜਿਹੜਾ ਗਜ਼ਟਡ ਪਾਊਗਾ ਉਹਨੂੰ 50,000 ਨਾਮ ਦਿੱਤਾ ਜਾਊ। ਦਿੱਤਾ ਕਿਸੇ ਨੂੰ? ਪਹਿਲਾਂ ਜਿਹੜੇ ਇੱਕ ਦਿਨ ਦਿੱਤਾ, ਮੁੜ ਕੇ ਕਹਾਣੀ ਖਤਮ। ਮੁੜ ਕੇ ਨਹੀਂ ਜੀ ਤੁਸੀਂ ਖਾਓ, ਸਾਨੂੰ ਵੀ ਖਾਣ ਦੇ। ਉਹਨਾਂ ਦੀਆਂ ਤਰੱਕੀਆਂ ਅੰਮ੍ਰਿਤਸਰ ਦੇ ਵਿੱਚ ਆਰਪੀਐਸ ਬਾਜਵਾ ਜਿਹੜੇ ਵਿਜੀਲੈਂਸ ਦੇ ਐਸਐਸਪੀ ਹੁੰਦੇ ਸੀ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬਾਜਵਾ ਸਾਹਿਬ ਤੁਸੀਂ ਆਹ ਕੋਈ ਪਟਵਾਰੀ ਫੜ ਲਿਆ, ਕੋਈ ਕਲਰ ਫੜਿਆ, ਕਿੱਥੇ ਫਿਰਦੇ? ਤੁਹਾਡੇ ਆ 50 ਗਜ ਦੂਰੀ ਤੇ ਕਿਤੇ ਜਿਹੜੀ ਕਚਹਿਰੀ ਆ, ਤਹਿਸੀਲ ਆ, ਇੱਥੇ ਕਿਹੜਾ ਕੰਮ ਨਹੀਂ ਹੁੰਦਾ? ਰੋਜ਼ ਹਰ ਰੋਜ਼ ਲੱਖਾਂ ਰੁਪਏ ਦੀ ਰਿਸ਼ਵਤ ਚੱਲਦੀ ਹੈ ਇੱਥੇ। ਤੇ ਉਹਨਾਂ ਦਾ ਅਗਰ ਜਵਾਬ ਸੀ ਸਾਡੇ ਵੱਸ ਤੋਂ ਗੱਲ ਬਾਹਰ, ਸਾਨੂੰ ਮੁੱਖ ਮੰਤਰੀ ਹੁਕਮ ਕਰਦੇ 5 ਮਿੰਟ ਚ ਲਾਈਨ ਲਿਆ ਕੇ ਲਾਣੇ 5 ਮਿੰਟ, ਸਾਨੂੰ ਪਤਾ ਕੌਣ ਕੀ ਕਰਦਾ। ਬਿਲਕੁਲ 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 ਇਹ ਹਾਲ ਸੀ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਫੜਦੇ ਜੇ ਕਿਤੇ ਉਹਨਾਂ ਦਾ ਕੰਮ ਨਹੀਂ ਕੀਤਾ ਹੁੰਦਾ ਸੀ। ਹੁਣ ਭੂਪ ਸਿੰਘ ਜੀਤ ਸਿੰਘ ਜਿਹੜਾ ਸੀਗਾ, ਉਹਦਾ ਉਸ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਰ ਜਿਹੜੀ ਡੈਥ ਹੋ ਗਈ। ਹੁਣ ਇਹ ਬਣਾਇਆ ਜਾ ਰਿਹਾ ਵੀ ਭੂਪ ਸਿੰਘ ਦੀ ਜਿਹੜੀ ਸੀ ਉਦੋਂ ਸੇਵਾ ਕਰਦੇ ਆ, ਜਿਹੜਾ ਬੰਦਾ ਫੜਾਇਆ ਸੀਗਾ ਉਹਦੇ ਕਰਕੇ ਡੈਥ ਹੋਈ ਹੈ। ਤੇ ਇਸ ਕਰਕੇ ਤਰਸ ਦੇ ਆਧਾਰ ਤੇ ਉਹਨਾਂ ਦੇ ਬੇਟੇ ਨੂੰ ਨੌਕਰੀ ਰੱਖ। ਇਸ ਕਰਕੇ ਅੱਜ ਦੀ ਮੀਟਿੰਗ 'ਚ ਸ਼ਾਇਦ, ਲੇਕਿਨ ਜਿਹੜੀ ਸਾਡੇ ਇਹਨਾਂ ਦੀ ਕਮੇਟੀ ਬਣਾਈ ਸੀ ਕਮੇਟੀ ਨੌਕਰੀ ਨੇ, ਉਹਨਾਂ ਨੇ ਕਹਿਤਾ ਵੀ ਇਹ ਟੁਕੜਾ ਦੀ ਜਾਇਦਾਦ ਆ, ਇਹਨੂੰ ਤਰਸ ਦੇ ਆਧਾਰ ਤੇ ਨੌਕਰੀ ਨੂੰ ਕੋਈ ਹੋਰ ਕਾਰਨ ਲੱਭ ਲਓ, ਤਰਸ ਦੇ ਆਧਾਰ ਤੇ ਨੌਕਰੀ ਨਹੀਂ ਮਿਲ ਸਕਦੀ। ਜਿਹੜੇ ਗੁਰਪ੍ਰੀਤ ਸਿੰਘ ਕਾਂਗੜ ਸੀਗੇ, ਗੁਰਪ੍ਰੀਤ ਸਿੰਘ ਕਾਂਗੜ ਜਿਹੜੇ ਕੁਝ ਸਮਾਂ ਵਿਰੋਧੀ ਧਿਰ ਚਲੇ ਗਏ ਸੀਗੇ, ਲੇਕਿਨ ਜਦੋਂ ਉਹਨਾਂ ਵੇਖਿਆ ਵੀ ਨਹੀਂ ਇੱਥੇ ਕੁਝ ਬਣਦਾ ਕੁਛ ਨਹੀਂ, ਤੇ ਵਾਪਸ ਫਿਰ ਕੈਪਟਨ ਧੜੇ ਚ ਆ ਗਏ। ਤੇ ਅੱਜ ਉਹਨਾਂ ਨੂੰ ਸ਼ਾਇਦ ਖੁਸ਼ ਕੀਤਾ ਜਾਊਗਾ, ਭਾਈ ਤੁਹਾਡੇ ਜਵਾਈ ਨੂੰ ਨੌਕਰੀ ਦੇ ਦਿੰਦੇ, ਐਕਸਾਈਜ਼ ਇੰਸਪੈਕਟਰ ਬਣਾ ਦਿੰਦੇ ਆ, ਤੇ ਕੁਛ ਕਰਨ ਦੀ ਲੋੜ ਨਹੀਂ, ਨੌਕਰੀ ਜਾਣ ਦੀ ਕਿਤੇ ਲੋੜ ਨਹੀਂ। ਤੁਹਾਡੇ ਘਰੇ ਹਰ ਮਹੀਨੇ ਦੇ ਮਹੀਨੇ ਜਿਹੜਾ ਅਸੀਂ ਇੱਕ ਟੈਕੀ ਆ ਜਾ ਕਰੇਗਾ, ਚੁੱਕੋ ਇੰਸਪੈਕਟਰ ਸਾਹਿਬ ਤੇ ਆਪਣਾ ਤੁਸੀਂ ਕੰਮ ਕਰੋ, ਸਾਨੂੰ ਆਪਣਾ ਸਾਨੂੰ ਆਪਣਾ ਕਰਨ ਦਿਓ। ਕਿਆ ਬਾਤ। ਹੁਣ ਈਡੀ ਇਹਨਾਂ ਤੇ ਛਾਪੇ ਨਹੀਂ ਮਾਰੂਗੀ। ਸੋਨੂ ਸੂਦ ਦੇ ਘਰ ਤੇ ਇਨਕੁਆਰੀਆਂ ਲਈ ਜਾ ਸਕਦੇ ਇਹੋ ਜਿਹੇ ਬੰਦੇ। ਖੈਰ ਐਨੀਵੇ, ਵੌਇਸ ਆਫ ਸਿਟੀ 1320 AM ਤੁਸੀਂ ਦੋਸਤੋ ਸਵਾਲ ਕਰਨਾ ਹੋਵੇ ਤਾਂ ਕਰ ਸਕਦੇ ਹੋ। ਨੰਬਰ ਹੈ 905 813 1320 905 813 1320। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਕੋਰੋਨਾ ਦਾ ਦਬਾਅ ਹੈ, ਉਹ ਦਬਾਅ ਘਟਿਆ। ਰਵਿੰਦਰ ਨਾਥ ਵਾਲੀ ਦਿੱਖ ਹੁਣ ਜਿਹੜੀ ਹੈ ਖਤਮ ਹੋ ਰਹੀ ਹੈ। ਕੀ ਇਹ ਮਾਮਲਾ ਹੈ?
ਪ੍ਰਧਾਨ ਮੰਤਰੀ ਸਾਹਿਬ ਨੇ ਕਰੋਨਾ ਪੀਰੀਅਡ ਦੀ ਆਪਣੀ ਦਾੜੀ ਨਹੀਂ ਕਟਾਈ ਸੀ, ਅੱਛਾ ਜੀ, ਵਾਲ ਨਹੀਂ ਸੀ ਕਟਾਏ ਸੀ। ਉਦੋਂ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਬੰਗਾਲ ਦੀ ਚੋਣ ਕਰਕੇ ਇਹ ਰਵਿੰਦਰ ਨਾਥ ਟੈਗੋਰ ਦਾ ਜਿਹੜਾ ਵਾ ਉਹ ਰੂਪ ਧਰ ਕੇ ਜਾਂਦੇ ਜਾ ਰਹੇ ਵੀ ਵੇਖੋ ਜੀ ਬੰਦੀ ਰਵਿੰਦਰ ਨਾਥ ਟੈਗੋਰ ਨਹੀਂ ਲੱਗਦਾ ਤੁਹਾਨੂੰ। ਹਾਂ ਚਲੋ, ਜੇ ਉਹ ਤੁਹਾਡਾ ਇਸ਼ਟ ਆ ਤੇ ਮੈਨੂੰ ਉਹੀ ਸਮਝ ਕੇ ਉੱਤਾ ਪਾ ਦੇ। ਹਾਂ ਗੱਲ ਬਣੀ ਨਹੀਂ। ਲੇਕਿਨ ਦੂਜੇ ਪਾਸੇ ਵੀ ਕਿਹਾ ਜਾਂਦਾ ਸੀ ਕਰੋਨਾ ਕਰਕੇ ਉਹ ਦਾੜੀ ਨਹੀਂ ਕਟਾਉਂਦੇ ਵੀ ਜੇ ਕੋਈ ਬੰਦੇ ਦਾੜੀ ਵਈ ਆ ਕੇ ਕੱਟੀ ਵਾਲ ਕੱਟੇ ਤੇ ਕੋਈ ਭਾਣਾ ਵਰਤ ਸਕਦਾ। ਹਾਂ ਇਹਨਾਂ ਨੇ ਸ਼ਿਵਾਜੀ ਦਾ ਪ੍ਰਭਾਵ ਦਿੰਦੇ ਬੜੇ ਲੋਕਾਂ ਦੇ ਲੱਕ ਬਣਾਏ ਸੀ ਵੀ ਸ਼ਿਵਾਜੀ ਬਣ ਗਏ ਨੇ, ਰਵਿੰਦਰ ਨਾਥ ਟੈਗੋਰ ਬਣ ਗਏ ਨੇ, ਬੜੀਆਂ ਗੱਲਾਂ ਕੀਤੀਆਂ। ਹੁਣ ਪ੍ਰਧਾਨ ਮੰਤਰੀ ਸਾਹਿਬ ਦਾ ਨਾਈ ਵਾਪਸ ਆ ਗਿਆ ਤਾਂ ਉਹਨੇ ਆਪਣੀ ਦਾੜੀ ਤੇ ਵਾਲ ਵੀ ਕਟਾ ਦਿੱਤੇ। ਚਲੋ ਨਵੀਂ ਲੋਕ ਆ ਗਈ ਸਾਹਮਣੇ। ਹੁਣ ਅਸਲੀ ਰੂਪ ਚ ਆ ਗਏ ਨੇ ਕਿ ਮੈਂ ਨਰਿੰਦਰ ਮੋਦੀ ਆ, ਨਾ ਮੈਂ ਸ਼ਿਵਾਜੀ ਆ, ਨਾ ਮੈਂ ਰਵਿੰਦਰ ਨਾਥ ਟੈਗੋਰ ਆ, ਨਾ ਕੁਝ ਮੈਂ ਸੰਤ ਆ, ਨਾ ਕੋਈ ਮਹਾਤਮਾ ਵਾ, ਮੈਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ। ਸੋ ਨਵੀਂ ਲੁੱਕ ਜਿਹੜੀ ਹੈ ਹੁਣ ਸਾਹਮਣੇ ਨਰਿੰਦਰ ਮੋਦੀ ਸਾਹਿਬ ਦੀ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦਿਖਾਈ ਦਿਆ ਕਰੇਗੀ। ਔਰ ਕੋਵਿਡ-19 ਲਗਭਗ ਜੇ ਅਸੀਂ ਗੱਲ ਕਰੀ ਕਿ 2 ਸਾਲ ਆਲਮੋਸਟ ਹੋ ਗਏ ਨੇ, ਔਰ 2 ਸਾਲਾਂ ਦੇ ਵਿੱਚ ਉਹਨਾਂ ਨੇ ਜਿਹੜੀ ਆਪਣੇ ਕਈਆਂ ਨੇ ਕੋਈ ਲਕਬ ਦਿੱਤਾ, ਕਈਆਂ ਨੇ ਕੋਈ ਲਕਬ ਦਿੱਤਾ ਕਿ ਉਹਨਾਂ ਨੇ ਆਪਣੇ ਦਾੜੀ ਜਾਂ ਵਾਲ ਨਹੀਂ ਕਟਾਏ, ਪਿੱਛੇ ਰੱਖ ਲਈ ਦਾੜੀ ਜਾਂ ਵਾਲ ਜਿਹੜੇ ਪਿੱਛੇ ਰੱਖ ਲਏ। ਅਤੇ ਹੁਣ ਉਹਨਾਂ ਨੂੰ ਇਹ ਜਿਹੜਾ ਹੈ ਕਰੋਨਾ ਭਾਵੇਂ ਕਿ ਦਬਾਅ ਉੱਥੇ ਵਧਿਆ ਜਾਂ ਘਟਿਆ ਇਹ ਗੱਲ ਵੱਖਰੀ ਹੈ, ਪਰ ਉਹਨਾਂ ਨੇ ਆਪਣੀ ਨਵੀਂ ਲੁੱਕ ਜਿਹੜੀ ਹੈ ਬਣਾ ਲਈ ਹੈ। ਖੈਰ ਐਨੀਵੇ 90581320905813 ਵੀ ਪਤਾ ਲੱਗਾ ਕਿ ਬੇਅਦਬੀ ਕਰਨ ਵਾਲੇ ਨਾਲੋਂ ਡੇਰਾ ਸਾਧ ਵਾਲਿਆਂ ਨੇ ਨਾਤਾ ਤੋੜ ਲਿਆ। ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰ ਕਰਦੇ ਹਾਂ। ਕੀ ਨਜ਼ਰੀਆ ਤੁਹਾਡਾ ਇੱਥੇ, ਕੀ ਕਹਿਣਾ ਚਾਹੋਗੇ? ਉਹਨਾਂ ਨੇ ਅਜੇ ਨਾਂ ਨਹੀਂ ਕਿਸੇ ਦਾ ਆਇਆ, ਲੇਕਿਨ ਜਿਹੜਾ ਪ੍ਰੈਸ ਨੋਟ ਆਇਆ ਉਹਦੇ ਵਿੱਚ ਉਹਨਾਂ ਨੇ ਇੰਨੀ ਗੱਲ ਕਹੀ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਤਿਕਾਰ ਕਰਦੇ ਤੇ ਜਿਹੜਾ ਇਹਦੀ ਬੇਅਦਬੀ ਕਰਦਾ ਉਹਦਾ ਸਾਡਾ ਕੋਈ ਨਾਤਾ ਨਹੀਂ। ਜੇ ਨਾਤਾ ਨਹੀਂ ਤੇ ਫਿਰ ਜਿਹੜਾ ਉਹਦਾ ਪਿਓ ਆ ਉਹਨੂੰ ਤਾਂ ਪਹਿਲਾਂ ਆਪਣੀ ਸੱਤ ਨਵੀਂ ਚ ਬਸ ਮਿੱਟੀ ਤੋਂ ਬਾਹਰ ਕੱਢੋ ਜੀ, ਉਹਨੂੰ ਕੱਢ ਕੇ ਵੇਖੋ ਕੀ ਭਦਲਦੀ ਕਿੱਦਾਂ ਤੁਹਾਡੇ ਪਰਛੇ ਲਾਉਂਦਾ ਫਿਰ ਤੁਸੀਂ ਕੀ ਕਰਦੇ ਕੀ ਨਹੀਂ ਕਰਦੇ। ਲੇਕਿਨ ਇੱਕ ਚੰਗੀ ਗੱਲ ਜੇ ਡੇਰਾ ਸੰਸਥਾ ਦੇ ਜਿਹੜੇ ਲੋਕ ਨੇ ਉੱਥੋਂ ਦੀ ਕਮੇਟੀ ਨੇ ਜਾਂ ਉੱਥੋਂ ਦੇ ਕੋਈ ਪ੍ਰਵਕਤਾ ਨੇ ਜੋ ਨਹੀਂ ਕਹੀ ਤੇ ਚੰਗੀ ਗੱਲ, ਮਾੜੀ ਗੱਲ ਨਹੀਂ। ਕੀ ਇਹ ਉਹਨਾਂ ਦੇ ਬਕਾਇਦਾ ਲੈਟਰ ਹੈਡ ਤੇ ਹੈ, ਉਹਨਾਂ ਵੱਲੋਂ ਕੋਈ ਆਫੀਸ਼ੀਅਲ ਇਹ ਹੈ ਜਾਂ ਜਿਵੇਂ ਆ ਲੈਟਰ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਨੂੰ ਲੈ ਕੇ ਘੁੰਮਦਾ ਪਿਆ ਇਸ ਤਰ੍ਹਾਂ ਦਾ ਹੈ, ਜਾਂ ਉਹ ਮਾਫੀਨਾਮੇ ਵਾਲਾ ਲੈਟਰ ਸੀ ਜਿੱਤੇ ਦਸਤਖਤ ਹੀ ਨਹੀਂ ਸਨ? ਕੱਲ੍ਹ ਨੂੰ ਸਾਡੇ ਤਾਂ ਅੱਜ ਵਿਸ਼ਵਾਸ ਕਰਨਾ ਬੇਹੱਦ ਔਖਾ ਹੋਇਆ ਕਿ ਕਿਹਦਾ ਵਿਸ਼ਵਾਸ ਕੀਤਾ ਜਾਵੇ। ਸਾਡੇ ਤਾਂ ਸਹੁੰਆਂ ਖਾ ਕੇ ਗੁਟਕਾ ਸਾਹਿਬ ਦਾ ਮੁੱਕਰ ਜਾਂਦੇ ਨੇ, ਮੁੱਕਰ ਜਾਂਦੇ। ਬਿਲਕੁਲ ਸਹੀ ਗੱਲ। ਕਿ ਇਹ ਕਹਿ ਦੇਣਗੇ ਸੀ ਇਹ ਤਾਂ ਮੀਡੀਆ ਨੇ ਲਾਤੀ, ਸਾਡੀ ਤੇ ਇਹੋ ਜਿਹੀ ਖਬਰ ਹੀ ਕੋਈ ਨਹੀਂ ਹੈਗੀ, ਹੀ ਕਿਦੋਂ ਕਿਹਾ ਹੈ ਪਤਾ ਕੋਈ ਕੱਲ ਨੂੰ ਕੋਈ ਦਬਾਅ ਪੈ ਜਾਏ, ਪ੍ਰਭਾਵ ਪੈ ਜਾਏ ਕਿ ਤੁਸੀਂ ਕੀ ਕੀਤਾ। ਕੋਈ ਹੈ ਕੋਈ ਉਹਦਾ ਕੋਈ ਪ੍ਰੂਫ ਵੀ ਹੈ ਜਾਂ ਦੂਜਾ ਪਾਸਾ ਤਸਵੀਰ ਦਾ ਇਹ ਵੀ ਤੇ ਹੈਗਾ ਨਾ। ਮੈਂ ਪਹਿਲਾਂ ਕਹਿਤਾ ਜੀ, ਮੈਂ ਪਹਿਲਾਂ ਕਹਿਤਾ ਕਿ ਉਹਨਾਂ ਦਾ ਪ੍ਰੈਸ ਨੋਟ ਆਇਆ ਵਾ, ਅਜੇ ਤੱਕ ਕਿਸੇ ਦਾ ਨਾਂ ਸਾਹਮਣੇ ਨਹੀਂ ਆਇਆ। ਅਖਬਾਰ 'ਚ ਖਬਰ ਛਪੀ ਹੈ, ਖਬਰ ਵੀ ਬਾਹਰੋਂ ਛਪੀ, ਇੱਥੋਂ ਨਹੀਂ ਛਪੀ। ਉਹਦੀ ਖਬਰ ਜੇ ਛਪੀ ਹੈ ਕਿ ਜਿੰਨਾ ਚਿਰ ਕੋਈ ਬੰਦਾ ਸਾਹਮਣੇ ਨਹੀਂ ਹੁੰਦਾ, ਉਹਦਾ ਨਾਂ ਸਾਹਮਣੇ ਨਹੀਂ ਹੁੰਦਾ, ਉਹਨਾਂ ਚਿਰ ਅਸੀਂ ਉਹਦੀ ਸੈਂਸਿਟਿਵ ਮੰਨਣੀ ਸਾਡੇ ਵਾਸਤੇ ਔਖੀ ਹੈ ਥੋੜੀ। ਲੇਕਿਨ ਜ਼ਿਕਰ ਇਸ ਕਰਕੇ ਕੀਤਾ ਕਿ ਜੇ ਉਹਨਾਂ ਨੇ ਚਿੱਠੀ ਭੇਜੀ ਆ, ਉਹਨਾਂ ਦੀ ਵਾਕਿਆ ਸਹੀ ਗੱਲ ਉਹ ਸਤਿਕਾਰ ਕਰਕੇ ਚੰਗੀ ਗੱਲ ਕਿ ਦੋਵਾਂ ਜਿਹੜੇ ਫਿਰਕੇ ਨੇ, ਦੋਵੇਂ ਧੜੇ ਨੇ, ਉਹਨਾਂ ਦੇ ਵਿੱਚ ਜਿਹੜੀ ਤਣਾਅ ਘਟੂਗਾ, ਵਧੂਗਾ ਨਹੀਂ ਘਟੂਗਾ। ਤੇ ਫਿਰ ਜਿਹੜਾ ਬੰਦਾ ਹੁਣ ਜਿਹਨੇ ਬੇਅਦਬੀ ਕੀਤੀ ਆ ਉਹਦੇ ਤੇ ਪ੍ਰੈਸ਼ਰ ਵਧੂਗਾ। ਇਸ ਕਰਕੇ ਚੰਗੀ ਗੱਲ ਉਹਨਾਂ ਨੇ ਕੀਤਾ। ਤੇ ਉਹਨੇ ਵੇਖੋ ਨਾ ਤੁਸੀਂ ਜਿਵੇਂ ਬੇਅਦਬੀ ਕੀਤੀ ਉਹਦੇ ਤੇ ਜਵਾਬਾ ਲਾਤਾ ਜੀ, ਜਿਸ ਤਰ੍ਹਾਂ ਕਹਿੰਦਾ ਜਵਾਬਾ ਲਾਤਾ ਜੀ। ਅਸੀਂ ਬੜੀ ਕੋਸ਼ਿਸ਼ ਕੀਤੀ, ਬੀਬੀ ਜਗੀਰ ਕੌਰ ਕਹਿੰਦੀ ਅਸੀਂ ਕੀਤੀ, ਨਿਹੰਗ ਸਿੰਘ ਜੀ ਨੇ ਅਸੀਂ ਕੀਤੀ ਆ, ਉੱਥੇ ਹੋਰ ਬੰਦੇ ਕਹਿੰਦੇ ਅਸੀਂ ਬੜੀ ਕੋਸ਼ਿਸ਼ ਕੀਤੀ ਆ ਜੀ, ਅਸੀਂ ਜਾ ਕੇ ਰੌਲਾ ਪਾਇਆ ਤੇ ਫਿਰ ਲੱਗਾ। ਪਰ ਮੈਂ ਇਹਨਾਂ ਨੂੰ ਇਹ ਕਹਿ ਦਿਆਂ ਤੁਸੀਂ ਜਵਾਬਾ ਛੱਡ ਕੇ 302 ਵੀ ਲਵਾ ਲਓ, ਇਹ ਜਾ ਕੇ ਜਿੱਦਣ ਚਲਾਨ ਪਿੱਛੇ ਉਦੋਂ ਹੀ ਟੁੱਟ ਜਾਣੀ।
ਕਿਉਂਕਿ ਜਦੋਂ ਤੁਸੀਂ ਉਹਦਾ ਪਿਛੋਕੜੀ ਚ ਨਹੀਂ ਨਾ ਜੋੜਦੇ, ਅੱਤਵਾਦ ਨਾਲ, ਵੱਖਵਾਦ ਨਾਲ, ਦੇਸ਼ ਨੂੰ ਜੋੜਦੇ ਨਹੀਂ ਤੁਸੀਂ, ਜਵਾਬ ਕਿੱਥੇ ਚੁੱਕੋ? ਬਿਲਕੁਲ ਬਿਲਕੁਲ ਸਹੀ ਗੱਲ। ਇਸ ਕਰਕੇ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ। ਤੁਸੀਂ ਵਕੀਲ ਕਰੋ, ਜਿਵੇਂ ਜਥੇਦਾਰ ਅਕਾਲ ਤਖਤ ਨੇ ਕਿਹਾ ਕਿ ਅਸੀਂ 3 ਵਕੀਲ ਕਹਿਤਾ, ਸ਼੍ਰੋਮਣੀ ਕਮੇਟੀ ਨੂੰ ਉਦੇਸ਼ਕਾਰੀ ਕਰ ਦਿੱਤੇ, 3 ਵਕੀਲ ਵੱਡੇ ਜਿਹੜੇ ਸੀ ਵੱਡੇ ਕਰ ਲਓ। ਅੱਜ ਤੱਕ ਤੇ ਸ਼੍ਰੋਮਣੀ ਕਮੇਟੀ ਦੇ ਵੱਡੇ ਵਕੀਲ ਕੀਤੇ ਨਹੀਂ। ਅੱਜ ਤੱਕ ਤੇ ਸਾਡਾ ਪਿਛਲੇ 20 ਸਾਲਾਂ ਤੋਂ 25 ਸਾਲਾਂ ਤੋਂ 1000 ਕਰੋੜ ਦਾ ਜਿਹੜਾ ਅਸੀਂ ਕੇਸ ਕੀਤਾ ਸੀ ਸੁਪਰੀਮ ਕੋਰਟ ਦੇ ਪੈਂਡਿੰਗ ਪਿਆ। ਕਿਹੜੇ ਕੇਸ ਵਿੱਚ ਸ਼੍ਰੋਮਣੀ ਕਮੇਟੀ ਨੇ ਜਿਹੜੇ ਸੀ ਆਪਣੀ ਭੂਮਿਕਾ ਸਾਨੂੰ ਨਿਭਾਈ? ਉਹ ਸਾਨੂੰ ਇੱਕ ਵੀ ਕੇਸ ਦੱਸੋ, ਇੱਕ ਵੀ ਕੇਸ ਦੱਸੋ, ਚੈਲੰਜ ਕਰ ਦਿਓ, ਇੱਕ ਵੀ ਕੇਸ ਦੱਸੋ। ਚਲੋ ਇੱਥੋਂ ਹੀ ਸ਼ੁਰੂ ਕਰ ਰਹੇ ਹਾਂ, ਸ਼੍ਰੋਮਣੀ ਕਮੇਟੀ ਤੋਂ ਹੀ ਸ਼ੁਰੂ ਕਰ ਰਹੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਦੇ ਪ੍ਰਧਾਨ ਦਾ ਅਚਨਚੇਤ ਅਸਤੀਫਾ ਹੁੰਦਾ, ਜਿਹੜੀ ਕਿ ਬੜੀ ਚਰਚਾ ਵਾਲੀ ਗੱਲ ਸੀ, ਆਪਾਂ ਖਬਰ ਸਾਂਝੀ ਕੀਤੀ ਸੀ। ਉਹਦੇ ਉੱਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਨਵੇਂ ਅਮੀਰ ਸਿੰਘ ਨੂੰ ਬੀਬੀ ਜਗੀਰ ਕੌਰ ਨੇ ਦਿਲ ਤੇ ਹੱਥ ਰੱਖ ਕੇ ਵਧਾਈਆਂ ਦਿੱਤੀਆਂ ਨੇ। ਆਓ ਹਾਂ ਜਰਾ ਚਾਨਣਾ। ਚਾਵਲਾ ਸਾਹਿਬ 1999 ਦੇ ਵਿੱਚ ਜਿਹੜੀ ਕਮੇਟੀ ਬਣੀ ਸੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਬਣੀ ਸੀ? ਕਿਉਂ ਲੋੜ ਪਈ ਸੀ ਉਹਦੀ? ਲੋੜ ਇਸ ਕਰਕੇ ਪਈ ਸੀ ਜਦੋਂ ਉੱਥੇ ਕੋਈ ਤਿਉਹਾਰ ਹੁੰਦਾ ਸੀ, ਜਦੋਂ ਸਾਡਾ ਇਸ ਤਰ੍ਹਾਂ ਕੋਈ ਗੁਰਧਾਮ ਦੇ ਦਰਸ਼ਨ ਵਾਸਤੇ ਸੰਗਤ ਜਾਂਦੀ ਸੀਗੀ, ਵਿਦੇਸ਼ਾਂ ਤੋਂ ਵੀ ਆਉਂਦੀ ਸੀ, ਵਿਦੇਸ਼ਾਂ ਵਾਲੇ ਡਾਲਰ ਤੇ ਪਾਉਂਡ ਦਿੰਦੇ ਸੀਗੇ, ਸਾਡੇ ਇੱਥੇ ਜਾ ਕੇ ਰੁਪਈਏ ਦਿੰਦੇ ਸੀ। ਤੇ ਸ਼੍ਰੋਮਣੀ ਕਮੇਟੀ ਵਾਲੇ ਉਹ ਰੁਪਈਆਂ ਤੇ ਡਾਲਰਾਂ ਦੀਆਂ ਬੋਰੀਆਂ ਭਰ ਕੇ ਪੰਡਾ ਮੰਨ ਕੇ ਆ ਜਾਂਦੇ ਸੀ, ਲੇਕਿਨ ਉੱਥੋਂ ਦੇ ਗੁਰਧਾਮਾਂ ਦੀ ਸੇਵਾ ਸੰਭਾਲ ਨਹੀਂ ਸੀ ਕਰਦੇ। ਬਾਪੂ ਸ਼ਾਮ ਸਿੰਘ ਜਿਹੜੇ ਪਹਿਲੇ ਪ੍ਰਧਾਨ ਬਣੇ, ਉਹ ਬੈਪਟਾਈਜ਼ ਸਿੱਖ ਸਨ, ਕਿਉਂਕਿ ਮੁਸਲਮਾਨ ਤੋਂ ਸਿੱਖ ਸੱਜੇ ਸੀ ਤੇ ਗੁਰੂ ਘਰ ਦੇ ਬੜੇ ਪ੍ਰੇਮੀ ਸੀ। ਮਤਲਬ ਸੇਵਾ ਹੀ ਕਰਦੇ ਰਹਿੰਦੇ ਸੀ, ਕਰਦੇ ਕੁਛ ਨਹੀਂ, ਸੇਵਾ ਕਰਨ ਦੇ ਪਾਠ ਕਰਨ ਨੂੰ ਕੰਮ ਸੀ। ਉਹਨਾਂ ਨੇ ਇਹਨਾਂ ਨੂੰ ਕਿਹਾ, ਭਾਈ ਤੁਸੀਂ ਬੋਰੀਆਂ ਭਰ ਕੇ ਲੈ ਜਾਂਦੇ, ਅੱਜ ਹੀ ਤੁਹਾਨੂੰ ਬੋਰੀਆਂ ਸੀ ਨਹੀਂ ਦੇਣੀਆਂ ਭਰ ਕੇ, ਅਸੀਂ ਰਿਪੇਅਰ ਕਰਨੀ ਗੁਰਦੁਆਰੇ। ਇਹ ਉੱਥੇ ਝਗੜਾ ਹੋ ਗਿਆ। ਝਗੜਾ ਹੋਣ ਤੋਂ ਬਾਅਦ ਇਹ ਕਹਿੰਦੇ ਜੀ ਅਸੀਂ ਤੇ ਗੋਲ ਕਲੈਕਸ਼ਨ, ਬਾਕੀ ਤੁਸੀਂ ਜੋ ਰੱਖਣਾ ਤਾਂ ਗੋਲ ਸਾਨੂੰ ਦੇ ਦਿਓ। ਬਾਪੂ ਸ਼ਾਮ ਸਿੰਘ ਆਪ ਕਹਿੰਦਾ ਵਾ, ਇਹ ਜੂਨ 2013 ਦੀ ਗੱਲ, ਮੈਂ ਪਾਕਿਸਤਾਨ ਸੀ ਉਦੋਂ, ਡੇਰਾ ਸਾਹਿਬ ਗੁਰਦੁਆਰੇ ਬਾਪੂ ਨੇ, ਸ਼ਾਮ ਸਿੰਘ ਨੇ ਆਪ ਤਕਰੀਰ ਕੀਤੀ ਸੀ ਉੱਥੇ ਖਲੋ ਕੇ, ਕਿ ਜਦੋਂ ਇਹਨਾਂ ਬੋਰੀਆਂ ਭਰ ਰਹੇ ਸੀ ਤੇ ਮੈਂ ਸਾਹਮਣੇ ਬੈਠਾ ਰੋ ਰਿਹਾ ਸੀ, ਮੇਰੀਆਂ ਅੱਖਾਂ ਦੇ ਵਿੱਚ ਨੀਰ ਲਗਾਤਾਰ ਚੱਲ ਰਿਹਾ ਸੀ। ਨਾ ਮੈਨੂੰ ਕਿਸੇ ਨੇ ਚੁੱਪ ਕਰਨ ਲਈ ਕਿਹਾ, ਨਾ ਕਿਸੇ ਨੇ ਕਿ ਬਾਪੂ ਤੈਨੂੰ ਕੀ ਗੱਲ, ਤੇਰੀ ਮਦਦ ਕਰੀਏ। ਤੇ ਉਸ ਟਾਈਮ ਤੇ ਮੈਨੂੰ ਇੱਕ ਪਾਸੇ ਇਹ ਬੋਰੀਆਂ ਭਰਦੇ ਨਜ਼ਰ ਆਉਂਦੇ ਸੀ, ਦੂਜੇ ਪਾਸੇ ਮੈਨੂੰ ਇਹ ਨਜ਼ਰ ਆਉਂਦਾ ਸੀ ਕਿ ਬਾਬੇ ਦਾ ਜਿਹੜਾ ਦਰਬਾਰ ਹੈ, ਇਹਦਾ ਗੁੰਬਦ ਬਰਸਾਤਾਂ ਚ ਹੁੰਦਾ, ਕਿਹਨੇ ਰਿਪੇਅਰ ਹੋਣਾ, ਕੱਲ ਦੇਖ ਵੀ ਸਕਦਾ। ਕਹਿੰਦਾ ਉਦੋਂ ਫਿਰ ਅਸੀਂ ਸੋਚਿਆ ਕਿ ਹੁਣ ਕੋਈ ਹੱਲ ਨਹੀਂ ਰਹਿ ਗਿਆ, ਕਮੇਟੀ ਬਣਾਈ ਜਾਵੇ। ਤੇ ਸਰਕਾਰ ਨਾਲ ਗੱਲ ਕੀਤੀ, ਕਹਿੰਦੇ ਬਣਾਓ ਜੀ। ਜਦੋਂ ਦੂਸਰੀ ਜਿਹੜੀ ਜੱਥਾ ਗਿਆ, ਕਮੇਟੀ ਬਣ ਗਈ, ਗੋਲਕ ਤੋਂ ਹੱਥ ਲਾਉਣ ਲੱਗੇ, ਕਹਿੰਦੇ ਬਿਲਕੁਲ ਨਹੀਂ, ਇੱਥੇ ਕਮੇਟੀ ਬਣ ਗਈ, ਕਮੇਟੀ ਸੰਭਾਲ ਗਈ। ਬਿਲਕੁਲ ਕਿੰਨੇ ਸਾਲ ਪਹਿਲਾਂ ਬਣ ਜਾਣੀ ਚਾਹੀਦੀ ਸੀ। ਬੀਬੀ ਜਗੀਰ ਕੌਰ ਪ੍ਰਧਾਨ ਸੀ ਤੇ ਇਹਨੇ ਪਹਿਲੀ ਤੇ ਬਿਆਨ ਦਿੱਤਾ ਸੀ ਕਿ ਅਸੀਂ ਜਥੇ ਨਹੀਂ ਭੇਜਾਂ। 1925 ਦੇ ਐਕਟ ਦੀ ਉਲੰਘਣਾ ਪਾਕਿਸਤਾਨ ਨੇ ਕੀਤੀ ਆ। ਵੀ 1925 ਦਾ ਐਕਟ ਜਿਹੜਾ ਸਾਂਝਾ ਐਕਟ ਸੀਗਾ, ਉਹਦੇ ਮੁਤਾਬਕ ਜਿਹੜੀ SGPC ਪ੍ਰਬੰਧ ਕਰੇਗੀ ਇੱਥੋਂ ਦੇ ਗੁਰਦੁਆਰਿਆਂ ਦਾ, ਅਸੀਂ ਹੁਣ ਉੱਥੇ ਜਥੇ ਨਹੀਂ ਭੇਜਾਂ। ਜਥੇ ਬੰਦ ਕੀਤੇ ਸੀ ਬਕਾਇਦਾ ਤੌਰ ਤੇ ਮਾਨਤਾ ਨਹੀਂ ਦਿੱਤੀ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਜੇ ਹੁਣ ਦੇਤੀ ਵਧਾਈ ਦੇ ਕੇ। ਸਵਾਲ ਤਾਂ ਇਹੀ ਹੈ ਨਾ ਜੀ, ਬੀਬੀ ਜਿਹੜੀ ਆ 2007 ਨਵੰਬਰ 2000 ਬੀਬੀ ਨੂੰ ਲਾ ਕੇ ਬਣਾਇਆ ਗਿਆ ਸੀ ਜਗਦੇਵ ਸਿੰਘ ਤਲਵੰਡੀ, ਤੇ ਤਲਵੰਡੀ ਸਾਹਿਬ ਨੇ ਬਈਆਂ ਸਾਰੀ ਇੰਨੀ ਗੱਲ ਕਹੀ ਸੀ ਵੀ ਜਥਿਆਂ ਨੂੰ ਅਸੀਂ ਸੰਗਤਾਂ ਨੂੰ ਕਿਉਂ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਰੋਕਦੇ ਹਾਂ? ਜੇ ਸਾਡੀ ਕੋਈ ਲੜਾਈ ਹੈ ਕਮੇਟੀ ਤੇ, ਅਸੀਂ ਲੜਦੇ ਰਹਾਂਗੇ, ਕੋਈ ਗੱਲ ਨਹੀਂ, ਜਥੇ ਬਿਲਕੁਲ ਜਾਣਗੇ। ਜਿੰਨਾ ਚਿਰ ਜਥੇ ਬੰਦ ਰਿਹਾ ਉਹਨਾਂ ਚਿਰ ਪਰਮਜੀਤ ਸਿੰਘ ਸਰਨਾ ਨੇ ਰੋਲ ਨਿਭਾਇਆ। ਉਹ ਦਿੱਲੀ ਕਮੇਟੀ ਦੇ ਪ੍ਰਧਾਨ ਸੀ ਤੇ ਉਹਨਾਂ ਨੇ ਬਕਾਇਦਾ ਲਗਾਤਾਰ ਜਥੇ ਭੇਜੇ ਆਪਣੇ ਨਾਲ। ਹਾਂਜੀ ਬਿਲਕੁਲ ਜਾਂਦੇ ਰਹੇ। ਤੇ ਬੀਬੀ ਨੂੰ ਹੁਣੇ ਪੁੱਛਿਆ ਜਾਵੇ, ਬੀਬੀ ਜੀ ਹੁਣ ਕੀ ਤੁਸੀਂ ਉੱਥੋਂ ਦੀ ਕਮੇਟੀ ਨੂੰ ਮਾਨਤਾ ਦਿੱਤੀ ਹੈ ਜੀ? ਤੇ ਵਧਾਈ ਦਿੱਤੀ ਤੇ ਮਾਨਤਾ ਦੇ ਤੁਸੀਂ ਉਹਨੂੰ ਕਿਹਾ ਸੀ ਵਾਪਸ ਲੈ ਲੈ ਜੇ ਤੁਸੀਂ ਵਧਾਈ ਦੇ ਚੰਗੀ ਗੱਲ ਆ, ਏਕਤਾ ਚਾਹੀਦੀ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦਾ ਸੋਧਿਆ ਕੈਲੰਡਰ ਮੰਨਣ ਨੂੰ ਤਿਆਰ ਕਿਉਂ ਨਹੀਂ?
ਉਹ ਕਹਿੰਦੇ ਆ ਕਿ ਜਦੋਂ ਨਾਨਕਸ਼ਾਹੀ ਕੈਲੰਡਰ ਬਣਾਇਆ ਸੀ, ਬਕਾਇਦਾ ਤੌਰ ਤੇ ਸਾਨੂੰ ਪੱਤਰ ਲਿਖਿਆ ਗਿਆ ਸੀ ਵੀ ਵੇਖੋ ਅਸੀਂ ਨਾਨਕਸ਼ਾਹੀ ਕੈਲੰਡਰ ਬਣਾਉਂਗੇ, ਤੁਹਾਡੀ ਕੀ ਰਾਏ, ਤੇ ਅਸੀਂ ਰਾਏ ਦਿੱਤੀ ਸੀ ਬੜੀ ਚੰਗੀ ਗੱਲ, ਸਿੱਖਾਂ ਦੀ ਇੱਕ ਵੱਖਰੀ ਪਛਾਣ ਬਣ ਜਾਏਗਾ। ਲੇਕਿਨ ਜਦੋਂ ਤੁਸੀਂ ਚੇਂਜ ਕੀਤਾ ਸਾਨੂੰ ਪੁੱਛਿਆ? ਜੇ ਨਹੀਂ ਪੁੱਛਿਆ ਤੇ ਫਿਰ ਤੁਸੀਂ ਨਾਨਕਸ਼ਾਹੀ ਕੈਲੰਡਰ ਨੂੰ ਜਿਹੜਾ ਉਹ ਮਾਨਤਾ ਦੇਵਾਂਗੇ, ਉਸੇ ਮੁਤਾਬਕ ਆਪਣੇ ਇਤਿਹਾਸ ਦੇ ਦਿਹਾੜੇ ਬਣਾਵਾਂਗੇ। ਜੀ ਕਾਲਰ ਨੇ ਮੇਰੇ ਨਾਲ ਪੱਟੀ ਸਾਹਿਬ ਇੱਕ ਜੀ ਕਰ ਲਓ ਗੱਲ ਪੂਰੀ ਪੱਟੀ ਸਾਹਿਬ। ਇਸ ਕਰਕੇ ਬੀਬੀ ਜਗੀਰ ਕੌਰ ਜੀ ਨੂੰ ਇਹ ਵੀ ਸਪਸ਼ਟ ਕਰਨਾ ਚਾਹੀਦਾ ਵੀ ਕੀ ਹੁਣ ਤੁਸੀਂ ਰਾਜੀ ਹੋ, ਮਾਨਤਾ ਦੇ ਦਿੱਤੀ ਜੇ ਕਮੇਟੀ ਨੂੰ, ਪਾਕਿਸਤਾਨ ਦੀ ਤੁਸੀਂ ਵਧਾਈ ਦੇ ਰਹੇ ਹੋ, ਅਮਰੀਤ ਸਿੰਘ ਹੋਰਾਂ ਨੂੰ ਕਹਿ ਰਹੇ ਹੋ, ਸਤਵੰਤ ਸਿੰਘ ਬੜੇ ਵਧੀਆ ਕੰਮ ਕੀਤੇ ਆ, ਵਿਕਾਸ ਸਿੰਘ ਨੇ ਜਲ ਸ਼ਕਤੀ ਬਣਾਇਆ, ਉਹ ਵਧੀਆ ਕੰਮ ਕਰਨਗੇ, ਵਧਾਈ ਦਿੱਤੀ ਹੈ। ਜਿਹੜੇ ਤੁਸੀਂ ਉਦੋਂ ਤੋਂ ਬਿਆਨ ਦਿੱਤੇ ਸੀ ਉਹ ਸਹੀ ਸੀ ਕਿ ਹੁਣ ਸਹੀ ਹੈ? ਚਲੋ ਮਿੰਟ 2-3 ਨੇ ਤੇ ਅਸੀਂ ਵਾਈਂਡ ਅਪ ਵੀ ਕਰਨਾ, ਛੋਟਾ ਰੱਖਿਆ ਜਾਵੇ ਜੀ ਸਵਾਲ। ਵੈਲਕਮ ਜੀ, ਆਇਆਂ ਨੂੰ ਸਵਾਗਤ ਹੈ ਜੀ। ਹਾਂਜੀ ਸਰ, ਪੱਟੀ ਸਾਹਿਬ ਸਰ ਗੱਲ ਏਦਾਂ, ਆਪਾਂ ਜਿਹੜੀ ਤੁਸੀਂ ਖਬਰ ਦੇ ਕੇ ਹਟੇ ਆ ਆਪਣੇ ਡੇਰੇ ਫਿਰਸੇ ਨੇ ਕਿਹਾ ਵੀ ਸਾਡਾ ਕੋਈ ਲਿੰਕ ਨਹੀਂ ਇਹਦੇ ਨਾਲ। ਹੁਣ ਸਰ ਤੁਸੀਂ ਵੈਲ ਨੋਨ ਪਰਸਨੈਲਿਟੀ ਹੋ, ਮੀਡੀਆ 'ਚ ਵਿਚਰਦੇ ਹੋ, ਤੇ ਹੁਣ ਮੈਂ ਸਰ ਐਕਚੁਅਲੀ ਅੰਡਰਸਟੈਂਡ ਨਹੀਂ ਕੀਤਾ ਤੁਹਾਡੀ ਗੱਲ ਨੂੰ, ਕਿਉਂਕਿ ਤੁਸੀਂ ਇੱਕ ਚੀਜ਼ ਪਾਸੇ ਤਾਂ ਤੁਸੀਂ ਕਹਿੰਦਾ ਕਿ ਉਹਨਾਂ ਨੇ ਬਹੁਤ ਚੰਗਾ ਕੀਤਾ, ਇਹ ਮਤਲਬ ਕਿ ਫੈਸਲਾ ਉਹਨਾਂ ਦਾ ਵਧੀਆ ਆ, ਦੂਜੇ ਪਾਸੇ ਖਬਰ ਦੀ ਪੁਸ਼ਟੀ ਵੀ ਕੋਈ ਨਹੀਂ ਹੋ ਰਹੀ ਵੀ ਹਾਂ ਵੀ ਵਾਕਿਆ ਜਿੱਦਾਂ ਚਾਵਲਾ ਸਾਹਿਬ ਨੇ ਬਿਲਕੁਲ ਸਹੀ ਕਿਹਾ ਵੀ ਉਹ ਕਿ ਉਹਨਾਂ ਨੇ ਲੈਟਰ ਪੈਡ ਤੇ ਕਿਹਾ ਜਾਂ ਕੋਈ ਇਸ ਚੀਜ਼ ਦਾ ਪ੍ਰੂਫ ਹੈਗਾ ਵੀ ਉਹਨਾਂ ਨੇ ਕਿਹਾ, ਉਸ ਦਾ ਤੁਸੀਂ ਸਰ ਇਹ ਕਿਹਾ ਵੀ ਉਹ ਸਿਰਫ ਅਖਬਾਰ 'ਚ ਛਪੀ ਆ। ਹੁਣ ਅਖਬਾਰ ਦੇ ਵਿੱਚ ਤੁਸੀਂ ਅਖਬਾਰ ਵਾਲੇ ਨੂੰ ਪੁੱਛੋ ਕਿਹੜੇ ਆਪਣੇ ਪੱਤਰਕਾਰ ਨੇ ਉਹ ਖਬਰ ਲਾਈ ਆ, ਸੋ ਤੁਹਾਡੇ ਕੋਲ ਆ ਸੋਰਸਿਸ ਤਾਂ ਤੁਹਾਡੇ ਕੋਲ ਆ ਪਤਾ ਕਰਨ ਦੇ ਲਈ, ਸਿਰ ਤੇ ਤੱਕ ਜਾਣ ਦੀ ਲੋੜ ਹੀ ਨਹੀਂ। ਮਿਹਰਬਾਨੀ, ਥੈਂਕ ਯੂ ਜੀ। ਹਾਂਜੀ ਜੀ ਪੱਟੀ ਸਾਹਿਬ। ਦੇਖੋ ਜੀ, ਸਾਡਾ ਕੰਮ ਖਬਰ ਦੇਣਾ, ਤੁਹਾਨੂੰ ਖਬਰ ਦੇਤੀ ਹੈ, ਇਹਦੀ ਪੁਸ਼ਟੀ ਕਰਾਂਗੇ ਜਦੋਂ ਅਖਬਾਰਾਂ ਨੇ ਪੁੱਛਾਂਗੇ ਨਾ ਵੀ ਤੁਹਾਡੇ ਕੋਲ ਦੇਖ ਕੇ ਲੈਵ ਦੀ ਕਾਪੀ ਹੈਗੀ ਸਾਨੂੰ ਭੇਜ ਦਿਓ, ਜ਼ਰੂਰ ਪੁੱਛ ਕਰਾਂਗੇ, ਪੜਤਾਲ ਪੂਰੀ ਕੀਤੀ ਜਾਏਗੀ। ਲੇਕਿਨ ਇਸ ਵੇਲੇ ਸਵੇਰ ਦਾ ਟਾਈਮ ਆ, ਸਾਡੇ ਪੱਤਰਕਾਰ ਰਾਤ ਨੂੰ 12 ਵਜੇ ਸੁਣਦੇ, ਸਵੇਰੇ 9 ਵਜੇ ਉੱਠਦੇ, ਅਸੀਂ ਵੀ ਨਾ ਉੱਠਦੇ ਨੇ, ਉਹ ਨਹੀਂ ਉੱਠਦੇ, ਤੁਸੀਂ ਫੋਨ ਕੋਲ ਬੋਲਦੇ ਤਾਂ ਫੋਨ ਬੰਦ ਹੋਣੇ 9 ਵਜੇ ਤੱਕ ਤੇ ਵੈਸੇ ਹੀ। ਇਸ ਕਰਕੇ ਪਹਿਲਾਂ ਕਹਿਤਾ ਵੀ ਅਖਬਾਰ ਦੀ ਖਬਰ ਆ, ਸਾਡੇ ਕੋਲ ਇਹਦਾ ਕੋਈ ਅਥੈਂਟਿਕ ਪ੍ਰੂਫ ਨਹੀਂ, ਇਹ ਲਫ਼ਜ਼ ਵਰਤਿਆ ਸੀ, ਮੈਂ ਤੁਸੀਂ ਵੇਖਿਆ ਨਹੀਂ ਸੁਣੇ ਜੀ। ਦੂਜੀ ਗੱਲ ਇਹ ਵੀ ਹੈ ਪੱਟੀ ਸਾਹਿਬ ਕਿ ਤੁਹਾਡੇ ਵਾਕਈ ਗੁੱਡ ਮਾਰਨਿੰਗ ਆ, ਉੱਥੇ ਖਬਰ ਛਪੀ ਰਾਤ ਦੀ, ਅਸੀਂ ਚਰਚਾ ਕਰ ਰਹੇ ਹਾਂ। ਇੱਕ ਸਿਮਰਜੀਤ ਸਿੰਘ ਮੰਡ ਹੈ, ਕਾਫੀ ਵਲਗੈਰਿਟੀ ਭਾਸ਼ਾ ਵੀ ਬੋਲਦਾ, ਬੜਾ ਸਿੱਖ ਵਿਰੋਧੀ ਤਾਕਤਾਂ ਦੇ ਇਸ਼ਾਰੇ 'ਤੇ ਚੱਲਣ ਵਾਲਾ ਕਹਿ ਰਿਹਾ, ਜਾਂ ਆਪਣੇ ਆਪ ਹੀ ਚੱਲੀ ਜਾਂਦਾ, ਪਤਾ ਨਹੀਂ ਕਿ ਸ਼ਾਇਦ ਮੈਨੂੰ ਕੋਈ ਸਿਕਿਉਰਿਟੀ ਵਗੈਰਾ ਮਿਲ ਜੂਗੀ ਜਿਵੇਂ ਹੋਰ ਵੀ ਤੁਰੇ ਫਿਰਦੇ, ਇਵੇਂ ਇਹ ਤੁਰੇ ਫਿਰਦਾ। ਪਰ ਇਹਨੂੰ ਬਟਾਲਾ ਵਿਖੇ ਸਰੋਪਾ ਉਹ ਦਿੱਤਾ ਗਿਆ, ਔਰ ਢੱਕੀ ਵਾਲੇ ਆਈ ਥਿੰਕ ਸੋ ਕਿ ਇਸ ਤਰ੍ਹਾਂ ਦਾ ਕੋਈ ਪੜ੍ਹ ਰਿਹਾ ਸੀ ਮੈਂ। ਹਾਂਜੀ, ਇਹ ਗੁਰਸਿਮਰਨ ਸਿੰਘ ਮੰਡ ਜਿਹੜਾ ਜੀ ਇੱਕ ਕਾਂਗਰਸੀ ਆਗੂ, ਇੱਕ ਵਰਕਰ ਉਹਨਾਂ ਦਾ ਕਾਂਗਰਸ। ਤੁਹਾਨੂੰ ਪਤਾ ਹੋਏਗਾ ਕਿਸੇ ਵਿਅਕਤੀ ਨੇ ਲੁਧਿਆਣੇ ਦੇ ਵਿੱਚ ਰਾਜੀਵ ਗਾਂਧੀ ਦੇ ਬੁੱਤ ਦੇ ਕਾਲਖ ਮਲ ਦਿੱਤੀ। ਇਹ ਪੱਗ ਨਾਲ ਸਾਫ਼ ਕਰਦਾ ਫਿਰਦਾ ਸੀ ਜੀ, ਇਹਨੇ ਆਪਣੀ ਪੱਗ ਲਾ ਕੇ ਸਿਰ ਨੰਗਾ ਕਰਕੇ ਤੇ ਉਹ ਬੁੱਤ ਸਾਫ਼ ਕੀਤਾ ਸੀ, ਤੇ ਲੋਕਾਂ ਨੇ ਇਤਰਾਜ਼ ਕੀਤਾ ਸੀ ਭਾਈ ਤੂੰ ਪੱਗ ਨਹੀਂ ਹੋਰ ਕੱਪੜਾ ਲੈ ਲੈ, ਕੱਪੜਾ ਬੜਾ ਮਾਰਕੀਟ 'ਚ ਅਵੇਲੇਬਲ, ਜਿੰਨੇ ਮਰਜ਼ੀ ਕੱਪੜੇ ਲੈ ਲਓ, ਸਿਰਫ ਇਹ ਸਾਬਤ ਕਰਨ ਦੀ ਮੈਂ ਬੜਾ ਵਫਾਦਾਰ ਕਾਂਗਰਸ। ਬਿਲਕੁਲ ਹਾਂ। ਹੁਣ ਸਵਾਲ ਇਹ ਪੈਦਾ ਹੁੰਦਾ, ਪੁੱਛਦੇ ਪੁੱਛਦੇ ਭਾਈ ਤੁਸੀਂ ਉਸ ਵਿਅਕਤੀ ਨੂੰ ਸਰੋਪਾ ਦਿੱਤਾ ਜਿਹਨੇ ਆਪਣੀ ਪੱਗ ਦੀ ਕਦਰ ਨਹੀਂ ਕੀਤੀ, ਦੇਣ ਵਾਲੇ ਵੀ ਇਹੋ ਜਿਹੇ ਹੋਣਗੇ, ਦੀ ਕਦਰ ਨਹੀਂ ਕੀਤੀ, ਦੇਣ ਵਾਲੇ ਵੀ ਇਹੋ ਜਿਹੇ ਹੋਣਗੇ। ਹੁਣ ਤੁਸੀਂ ਸਰੋਪਾ ਦਿੱਤਾ ਤੇ ਸਰੋਪੇ ਬਾਰੇ ਤੁਹਾਨੂੰ ਕੀ ਗਾਰੰਟੀ ਆ ਕਿ ਉਹਦੀ ਮਿਸਯੂਜ਼ ਹੋਊਗੀ? ਬਿਲਕੁਲ, ਉਹਦੀ ਗਾਂ ਉਹਦੀ ਵਰਤੋਂ ਨਾ ਕਰੂਗਾ, ਗਲਤ ਉਹਦੀ ਵਰਤੋਂ ਨਾ ਕਰੂਗੀ। ਦੋਸਤੋ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਸਾਡੇ ਕੋਲ ਬਾਈ ਮਿਸਟੇਕ ਜਿਹੜੀ ਟੈਕਨੀਕਲੀ ਧਿਆਨ ਸਿੰਘ ਮਾਂਡੋਣਾ ਦੀ ਫੋਟੋ ਲੱਗ ਗਈ, ਉਸ ਲਈ ਖਿਮਾ ਦੀ ਜਾ ਚੁੱਕਾ, ਕੱਲ੍ਹ ਨੂੰ ਕੋਈ ਸਵਾਲ ਉਠਾਵੇ। ਸੋ ਗੱਲ ਇਹ ਹੈ ਕਿ ਤੁਹਾਨੂੰ ਯਾਦ ਹੋਊਗਾ ਕਿ 1984 ਦੇ ਸਿੱਖ ਕਤਲੇਆਮ ਦੇ ਵਿੱਚ ਜਿਸ ਸੱਜਣ ਦਾ ਨਾਂ ਵੱਜਦਾ ਸੀ, ਹਾਂਜੀ, ਤੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਬਹੁਤ ਵੱਡੇ ਉੱਥੇ ਉਸ ਵਕਤ ਪ੍ਰਧਾਨ ਸੀ ਚੰਡੂਕ, ਉਹਨਾਂ ਨੇ ਟਾਈਟਲ ਨੂੰ ਸਰੋਪਾ ਦੇ ਮਾਰਿਆ ਸੀ। ਸਰੋਪਿਆਂ ਤੇ ਇੰਜ ਲੱਗਿਆ ਰੱਖਿਆ ਇਹਨਾਂ ਨੇ ਜਿਵੇਂ ਮਤਲਬ ਸ਼ਿਕੂ ਦੇ ਵਿੱਚ ਬੇਰ ਰੱਖ ਕੇ ਬੈਠਾ, ਕੋਈ ਲੰਘਦੇ ਵੜਦੇ ਨੂੰ ਕੋਈ ਨਹੀਂ, ਉੱਦਾਂ ਹੀ ਫੜਾ ਦੋ, ਲੈ ਖੜਾ ਦੋ ਦਾਣੇ, ਕੋਈ ਨਹੀਂ। ਬਿਲਕੁਲ, ਕੀ ਕਹੋਗੇ ਤੁਸੀਂ? ਦੇਖੋ ਮੈਂ ਤੇ ਇਹ ਗੱਲ ਕੀਤੀ ਹੈ ਵੀ ਸਰੋਪੇ ਦੀ ਮਹੱਤਤਾ ਨੂੰ ਸਮਝੋ। ਪਹਿਲਾਂ ਸਰੋਪੇ ਦੀ ਮਹੱਤਤਾ ਤੇ ਬਿਲਕੁਲ ਖਤਮ ਕਰ ਦਿੱਤੀ ਗਈ ਹੈ, ਬਿਲਕੁਲ ਖਤਮ ਕਰ।
ਸਰੂਪਾ ਇਹ ਹੁੰਦਾ ਸੀ ਜਿਹਨੇ ਕੋਈ ਪੰਥ ਵਾਸਤੇ, ਕੌਮ ਵਾਸਤੇ, ਦੇਸ਼ ਵਾਸਤੇ ਕੋਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ, ਬਹੁਤ ਵੱਡਾ ਕੰਮ ਕੀਤਾ, ਤੇ ਉਹਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਸਰੂਪਾ ਉਹਦੀ ਗੱਲ ਦੇ ਵਿੱਚ ਇੱਕ ਬਕਾਇਦਾ ਤੌਰ ਤੇ ਸਨਮਾਨ ਪਾਇਆ ਜਾਂਦਾ। ਇਹ ਤੂੰ ਸਮਰਪਿਤ ਆ, ਤੂੰ ਬਹੁਤ ਵੱਡਾ ਬਹਾਦਰ, ਸਮਰਪਿਤ ਪਰਮਵੀਰ ਚੱਕਰ ਤੋਂ ਵੀ ਤੇਰੇ ਉੱਤੇ ਬੜੇ ਕਹਿ ਆਦਰ ਲਓ, ਕਰਦੇ ਆ। ਬੜਾ ਆਦਰ ਕਰਦੇ। ਚਲੋ ਹੁਣ ਤੇ ਉੱਥੇ ਸ਼ਰਾਬ ਪੀਤੀ ਹੁੰਦੀ ਹੈ ਤੇ ਮੁੜ ਕੇ ਸਟੇਜ ਤੇ ਆ ਜਾਂਦੀ ਜੀ ਮੈਂ ਅਕਾਲੀ ਦਲ ਛੱਡ ਕੇ ਕਾਂਗਰਸ ਜਵਾਨ ਹੋ ਗਿਆ, ਕਾਂਗਰਸ ਛੱਡ ਕੇ ਅਕਾਲੀ ਦਲ ਜਵਾਨ ਹੋ ਗਿਆ, ਤੇ ਅਕਾਲੀਆਂ ਦੇ ਜਹੇਦਾਰ ਅਕਾਲ ਤਖਤ ਤੋਂ ਕਹਿਣ ਦੇ ਬਾਵਜੂਦ ਵੀ ਕਿ ਸਿਆਸੀ ਰੈਲੀਆਂ ਦੇ ਵਿੱਚ ਸਰੂਪੇ ਦੀ ਵਰਤੋਂ ਨਾ ਕੀਤੀ ਜਾਵੇ, ਤੇ ਵਰਤੋਂ ਜਿਹੜੇ ਕਾਂਗਰਸ ਵਾਲੇ ਸ਼ੁਰੂ ਤਾਂ ਆਪਣੀ ਵੱਖਰੀ ਪੱਟੀ ਜੀ ਬਣਾ ਲਈ ਹੈ, ਝਾੜੂ ਵਾਲੇ ਵੱਖਰੀ ਬਣਾ ਲਈ ਹੈ, ਲੇਕਿਨ ਉਹਦੀ ਜੇ ਦੁਰਵਰਤੋਂ ਤੇ ਜਹੇਦਾਰ ਦੇ ਹੁਕਮ ਨਹੀਂ ਲੰਘਣਾ ਕੌਣ ਕਰ ਰਿਹਾ ਵਾ? ਅਕਾਲੀ ਦਲ ਜੀ। ਚਲੋ ਪਾਟਿਲ ਸਾਹਿਬ, ਮਿਲਦੇ ਹਾਂ ਕੱਲ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।